ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ ਅਸ਼ਟਪਦੀ ਨੰਬਰ 14 ਤੇ ਉਸ ਦਾ ਬੰਦ ਨੰਬਰ 3 ਅਤੇ 4 ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਪਵਿੱਤਰ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 281 ਤੇ ਦਰਜ ਹੈ। ਜਿਵੇਂ ਆਪਾਂ ਨੂੰ ਸਭਨਾਂ ਨੂੰ ਸ਼ਲੋਕ ਤਾਂ ਪਤਾ ਹੀ ਹੈ ਕਿ ਹਰ ਅਸ਼ਟਪਦੀ ਤੋਂ ਪਹਿਲਾਂ ਸ਼ਲੋਕ ਹੁੰਦਾ ਹੈ ਤੇ ਸ਼ਲੋਕ ਦੇ ਜਿਹੜੇ ਅਰਥ ਭਾਵ ਨੇ ਉਸ ਦੀ ਵਿਆਖਿਆ ਅੱਗੇ ਸਾਰੀ ਅਸ਼ਟਪਦੀ ਵਿੱਚ ਕੀਤੀ ਹੁੰਦੀ ਹੈ। ਸੋ ਸ਼ਲੋਕ ਵਿੱਚ ਗੁਰੂ ਜੀ ਨੇ ਆਪਾਂ ਨੂੰ ਸਮਝਾਇਆ ਸੀ ਕਿ ਭਈ ਤੁਸੀਂ ਆਪਣੀਆਂ ਮਨ ਦੀਆਂ ਜਿਹੜੀਆਂ ਸਿਆਣਪਾਂ ਨੇ ਉਹਨਾਂ ਨੂੰ ਛੱਡ ਦਿਓ ਤੇ ਵਾਹਿਗੁਰੂ ਜੀ ਦਾ ਨਾਮ ਉਹਦਾ ਸਿਮਰਨ ਕਰਿਆ ਕਰੋ। ਇੱਕ ਪਰਮਾਤਮਾ ਉੱਤੇ ਹੀ ਆਸ ਬਣਾ ਕੇ ਰੱਖੋ। ਇਸ ਤਰ੍ਹਾਂ ਕਰਨ ਨਾਲ ਸਾਰਾ ਦੁੱਖ ਜੋ ਸਾਨੂੰ ਜਨਮ ਤੇ ਮਰਨ ਦਾ ਲੱਗਿਆ ਹੋਇਆ ਹੈ, ਭਰਮ ਜੋ ਸਾਡੇ ਮਨ ਵਿੱਚ ਹੈ ਕਿ ਅਸੀਂ ਕੀ ਹਾਂ, ਇਹ ਸਾਰਾ ਹੀ ਭਰਮ ਹੈ। ਇਸ ਪੂਰੀ ਸ੍ਰਿਸ਼ਟੀ ਦੇ ਪ੍ਰਤੀ ਸਾਡਾ ਭਰਮ ਹੀ ਹੈ। ਅਸੀਂ ਇਸ ਨੂੰ ਸੱਚ ਮੰਨਿਆ ਹੋਇਆ, ਇਹ ਇੱਕ ਭਰਮ ਹੈ। ਭਉ ਹੈ ਜਨਮ ਤੇ ਮਰਨ ਦਾ ਜਿਹੜਾ ਡਰ ਬਣਿਆ ਹੋਇਆ। ਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਉੱਤੇ ਆਸ ਰੱਖਣ ਨਾਲ, ਮਨ ਦੀਆਂ ਸਿਆਣਪਾਂ ਛੱਡਣ ਨਾਲ ਤੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨ ਨਾਲ ਇਹ ਤਿੰਨੇ ਹੀ ਚੀਜ਼ਾਂ ਤੁਹਾਡੀਆਂ ਚਲੀਆਂ ਜਾਣਗੀਆਂ। ਸੋ ਪਿਛਲੀ ਕਥਾ ਦੌਰਾਨ ਆਪਾਂ ਬੰਦ ਨੰਬਰ 1 ਅਤੇ ਬੰਦ ਨੰਬਰ 2 ਸਮਝਿਆ ਸੀ। ਬੰਦ ਨੰਬਰ 1 ਵਿੱਚ ਗੁਰੂ ਜੀ ਨੇ ਆਪਾਂ ਨੂੰ ਇਹ ਗੱਲ ਸਮਝਾਈ ਸੀ ਕਿ ਬਈ ਪ੍ਰਭੂ ਨੂੰ ਸਿਮਰਿਆ ਕਰੋ। ਸਿਮਰ ਸਿਮਰ ਕੇ ਆਪਣਾ ਜੀਵਨ ਜੀਓ। ਤੇ ਸਿਮਰਨ ਦਾ ਮਤਲਬ ਹੁੰਦਾ ਹੈ ਜੀ ਯਾਦ ਕਰਨਾ, ਹੋਰ ਇਹਦਾ ਕੋਈ ਮਤਲਬ ਨਹੀਂ। ਯਾਦ ਕਰਨਾ ਹੀ, ਚਾਹੇ ਉਹਨੂੰ ਅਸੀਂ ਬਾਣੀ ਪੜ੍ਹ ਕੇ ਕਰੀਏ, ਗੱਲਾਂ ਬਾਤਾਂ ਆਪਸ ਵਿੱਚ ਕਰਕੇ ਕਰੀਏ, ਕੀਰਤਨ ਦੁਆਰਾ, ਕਥਾ ਦੁਆਰਾ, ਜਿਵੇਂ ਵੀ ਮਾਲਕ ਨੂੰ ਯਾਦ ਕੀਤਾ ਜਾ ਸਕੇ ਉਸ ਤਰ੍ਹਾਂ ਹੀ ਕਰੀਏ। ਸੋ ਗੁਰੂ ਜੀ ਆਖਦੇ ਸਨ ਕਿ ਪ੍ਰਭੂ ਨੂੰ ਯਾਦ ਕਰ ਕਰਕੇ ਜ਼ਿੰਦਗੀ ਜੀਓ, ਉਹਨੂੰ ਭੁਲਾ ਕੇ ਨਾ ਜੀਓ। ਇਸ ਤਰ੍ਹਾਂ ਕਰਨ ਦੇ ਨਾਲ ਜ਼ਿੰਦਗੀ ਜੀਵਨ ਦੇ ਪੰਧ ਤੇ ਚੱਲਦਿਆਂ ਤੁਹਾਨੂੰ ਕੋਈ ਵਿਘਨ ਨਹੀਂ ਲੱਗੇਗਾ, ਕੋਈ ਰੁਕਾਵਟ ਨਹੀਂ ਆਏਗੀ। ਤੁਸੀਂ ਜ਼ਿੰਦਗੀ ਆਪਣੀ ਸਹੀ ਢੰਗ ਨਾਲ ਜੀਓਗੇ ਤੇ ਅਖੀਰ ਇਸ ਜ਼ਿੰਦਗੀ ਨੂੰ ਸਫਲ ਕਰਕੇ ਜਾਓਗੇ ਜੇ ਤੁਸੀਂ ਵਾਹਿਗੁਰੂ ਜੀ ਨੂੰ ਯਾਦ ਰੱਖਦੇ ਹੋ, ਹਰ ਵਕਤ ਉਸ ਨੂੰ ਭੁਲਾਉਂਦੇ ਨਹੀਂ। ਬੰਦ ਨੰਬਰ 2 ਵਿੱਚ ਗੁਰੂ ਜੀ ਨੇ ਆਪਾਂ ਨੂੰ ਸਮਝਾਇਆ ਸੀ ਕਿ ਇਹਨਾਂ ਹੱਥਾਂ ਦੇ ਨਾਲ ਉਹ ਕਰਮ ਕਰੋ ਜਿਹੜੇ ਕਰਮ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਹੋਣ। ਤੇ ਮੇਰਾ ਆਪਣਾ ਨਿੱਜੀ ਖਿਆਲ ਹੈ ਕਿ ਵਾਹਿਗੁਰੂ ਜੀ ਨੂੰ ਉਹੀ ਕਰਮ ਚੰਗੇ ਲੱਗਦੇ ਨੇ ਜਿਹੜੇ ਸਾਡੀ ਮਾਨਵਤਾ ਨੂੰ, ਸਾਡੇ ਸਮਾਜ ਨੂੰ, ਸਾਡੀ ਸਭਾ ਸੁਸਾਇਟੀ ਨੂੰ ਚੰਗੇ ਲੱਗਦੇ ਨੇ। ਉਹੋ ਹੀ ਕੰਮ ਵਾਹਿਗੁਰੂ ਜੀ ਨੂੰ ਚੰਗੇ ਲੱਗਦੇ ਨੇ, ਕਿਉਂਕਿ ਉਹ ਸਾਡੇ ਸਾਰਿਆਂ ਵਿੱਚ ਵਸਿਆ ਹੋਇਆ ਹੈ ਨਾ। ਤੇ ਜੋ ਸਾਨੂੰ ਚੰਗਾ ਲੱਗਦਾ ਇੱਕ ਸਮੂਹ ਨੂੰ, ਉਹੋ ਹੀ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਹੈ। ਤੇ ਕੰਨਾਂ ਦੇ ਨਾਲ ਉਸ ਵਾਹਿਗੁਰੂ ਜੀ ਦੀ ਕਥਾ ਸੁਣਿਆ ਕਰੋ। ਕਥਾ ਤੋਂ ਮਤਲਬ ਹੈ ਉਹਦੀ ਸਿਫਤ ਸਲਾਹ, ਉਹ ਕਿਸੇ ਰੂਪ ਵਿੱਚ ਵੀ ਹੋਵੇ, ਉਹ ਸੁਣਿਆ ਕਰੋ। ਇਸ ਤਰ੍ਹਾਂ ਕਰਨ ਨਾਲ ਵਾਹਿਗੁਰੂ ਜੀ ਦੇ ਦਰ ਤੇ ਤੁਹਾਡਾ ਮੁੱਖ ਉਜਲਾ ਹੋ ਜਾਏਗਾ, ਯਾਨੀ ਕਿਸੇ ਦਾਗ ਤੋਂ ਬਿਨਾਂ ਹੋ ਜਾਏਗਾ। ਜਿਹੜੇ ਸਾਡੇ ਜੀਵਨ ਵਿੱਚ ਵਿਕਾਰਾਂ ਦੇ ਦਾਗ ਲੱਗਦੇ ਨੇ,
ਉਹ ਸਾਰੇ ਸਾਫ਼ ਹੋ ਜਾਣਗੇ ਜੇ ਅਸੀਂ ਵਾਹਿਗੁਰੂ ਜੀ ਨੂੰ ਚੰਗੇ ਲੱਗਣ ਵਾਲੇ ਕਰਮ ਇਹਨਾਂ ਆਪਣੇ ਹੱਥਾਂ ਨਾਲ ਕਰੀਏ ਤੇ ਆਪਣਿਆਂ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੀ ਸਿਫਤ ਸਲਾਹ, ਉਸ ਦਾ ਜਸ ਸੁਣਿਆ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਡਾ ਉੱਜਲ ਮੱਥਾ ਯਾਨੀ ਮੁੱਖ ਉੱਜਲ ਹੋ ਜਾਏਗਾ। ਅਸੀਂ ਕਿਸੇ ਵੀ ਕਲੰਕ ਤੋਂ ਰਹਿਤ ਹੋ ਜਾਵਾਂਗੇ। ਸੋ ਪਿਛਲੇ 2 ਬੰਦ ਜਿਹੜੇ ਆਪਾਂ ਕੀਤੇ ਨੇ ਉਹਨਾਂ ਵਿੱਚ ਗੁਰੂ ਜੀ ਨੇ ਆਪਾਂ ਨੂੰ ਇਸ ਤਰ੍ਹਾਂ ਦਾ ਉਪਦੇਸ਼ ਬਖਸ਼ਿਆ ਸੀ। ਸੋ ਅੱਜ ਸ਼ੁਰੂ ਕਰਦੇ ਹਾਂ ਬੰਦ ਨੰਬਰ 3, ਜਿਹਦੀਆਂ ਪਹਿਲੀਆਂ 2 ਪੰਕਤੀਆਂ ਨੇ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਇਹ ਜਿਹੜਾ ਗਾਹੇ ਸ਼ਬਦ ਇਹ ਕਿਰਿਆ ਹੈ ਤੇ ਬਹੁ ਵਚਨ ਦੀ ਕਿਰਿਆ ਹੈ। ਜਿਹੜਾ ਪਹਿਲੀ ਲਾਈਨ ਵਿੱਚ ਜਨ ਸ਼ਬਦ ਹੈ ਉਹ ਬਹੁ ਵਚਨ ਜਾਣੇ, ਯਾਨੀ ਬਹੁਤੇ ਸੇਵਕ, ਰੱਬ ਦੇ ਪਿਆਰੇ। ਜਗ ਮਾਹੇ ਦਾ ਮਤਲਬ ਹੈ ਸੰਸਾਰ ਵਿੱਚ ਉਹ ਰੱਬ ਦੇ ਪਿਆਰੇ ਲੋਕ ਸੰਸਾਰ ਦੇ ਅੰਦਰ ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਸਦਾ ਸਦਾ ਭਾਵ ਹਰ ਵਕਤ ਹਰ ਕੇ ਗੁਣ ਗਾਹੇ, ਵਾਹਿਗੁਰੂ ਜੀ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ। ਉਹ ਰੱਬ ਦੇ ਪਿਆਰੇ ਵੱਡਿਆਂ ਭਾਗਾਂ ਵਾਲੇ ਹਨ। ਵੈਸੇ ਆਪਾਂ ਲੋਕ ਵੱਡਿਆਂ ਭਾਗਾਂ ਵਾਲੇ ਉਹਨਾਂ ਨੂੰ ਸਮਝਦੇ ਹਾਂ ਜਿਨ੍ਹਾਂ ਦੇ ਕੋਲ ਵੱਡੀਆਂ ਵੱਡੀਆਂ ਚੀਜ਼ਾਂ ਹੋਣ, ਵੱਡੇ ਵੱਡੇ ਘਰ ਹੋਣ, ਵੱਡੀਆਂ ਕਾਰਾਂ ਹੋਣ, ਵੱਡੀਆਂ ਫੈਕਟਰੀਆਂ ਹੋਣ, ਵੱਡੀਆਂ ਜ਼ਮੀਨਾਂ ਜਾਇਦਾਦਾਂ ਹੋਣ, ਕਾਰੋਬਾਰ ਠੀਕ ਚੱਲਦਾ ਹੋਵੇ, ਤੇ ਆਪਾਂ ਸਮਝਦੇ ਹਾਂ ਵੱਡਿਆਂ ਭਾਗਾਂ ਵਾਲਾ ਹੈ ਬੰਦਾ। ਪਰ ਗੁਰੂ ਜੀ ਦਾ ਮੰਨਣਾ ਹੈ ਕਿ ਵੱਡਿਆਂ ਭਾਗਾਂ ਵਾਲਾ ਅਸਲ ਵਿੱਚ ਵੱਡਿਆਂ ਭਾਗਾਂ ਵਾਲੇ ਉਹ ਲੋਕ ਨੇ ਜਿਹੜੇ ਸਦੀਵ ਕਾਲ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ। ਸੋ ਵਾਹਿਗੁਰੂ ਜੀ ਦੇ ਗੁਣ ਗਾਉਣੇ, ਉਸ ਦੇ ਨਾਮ ਦਾ ਸਿਮਰਨ ਕਰਨਾ, ਕਥਾ ਕੀਰਤਨ ਕਰਨਾ ਤੇ ਸੁਣਨਾ। ਤੇ ਇੱਕ ਗੁਣ ਗਾਉਣ ਦਾ ਮਤਲਬ ਹੁੰਦਾ ਜੀ ਉਹਦੀ ਰਜ਼ਾ ਵਿੱਚ ਚੱਲਣਾ। ਇਹ ਸਭ ਤੋਂ ਮੈਨੂੰ ਲੱਗਦਾ ਮੁੱਢਲੀ ਗੱਲ ਹੈ ਸਿੱਖੀ ਦੇ ਅੰਦਰ। ਸਿਮਰਨ ਤੋਂ ਵੀ ਪਹਿਲਾਂ ਦੀ ਗੱਲ ਹੈ ਕਿ ਅਸੀਂ ਉਹਦੀ ਰਜ਼ਾ ਵਿੱਚ ਰਾਜੀ ਰਹੀਏ। ਜਿਹੜੇ ਲੋਕ ਰਜ਼ਾ ਵਿੱਚ ਰਾਜੀ ਨਹੀਂ ਰਹਿ ਸਕਦੇ ਕਿਸੇ ਕਾਰਨ, ਉਸ ਮਾਲਕ ਨੂੰ ਯਾਦ ਵੀ ਕੀ ਕਰਨਗੇ, ਕਿਉਂਕਿ ਉਹਨਾਂ ਨੂੰ ਉਸ ਮਾਲਕ ਦਾ ਕੀਤਾ ਹੋਇਆ ਕੰਮ ਹੀ ਪਸੰਦ ਨਹੀਂ। ਭਾਵ ਜਦੋਂ ਰਜ਼ਾ ਤੋਂ ਬਾਹਰ ਅਸੀਂ ਨਿਕਲਦੇ ਹਾਂ ਤੇ ਉਹਦਾ ਮਤਲਬ ਇਹ ਹੀ ਹੁੰਦਾ ਹੈ ਨਾ ਕਿ ਜੋ ਵਾਹਿਗੁਰੂ ਜੀ ਨੇ ਕੀਤਾ ਸਾਨੂੰ ਉਹ ਪਸੰਦ ਨਹੀਂ। ਤੇ ਜਿਸ ਕਿਸੇ ਮਨੁੱਖ ਨੂੰ ਵਾਹਿਗੁਰੂ ਜੀ ਦਾ ਕੀਤਾ ਹੋਇਆ ਕੰਮ ਹੀ ਪਸੰਦ ਨਹੀਂ, ਉਹਦੇ ਸਿਮਰਨ ਨੂੰ ਰੱਬ ਕੀ ਕਰੇਗਾ। ਸੋ ਪਹਿਲੀ ਗੱਲ ਏ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਹੈ ਹੁਕਮ ਰਜਾਈ ਚੱਲਣਾ। ਸੋ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ ਰਹਿਣਾ ਵੀ ਉਸ ਦੇ ਗੁਣ ਗਾਇਨ ਕਰਨਾ ਹੀ ਹੈ। ਸੋ ਜਦੋਂ ਅਸੀਂ ਉਹਦੀ ਰਜ਼ਾ ਵਿੱਚ ਹੁੰਦੇ ਹਾਂ, ਅਸੀਂ ਉਹਦੇ ਸ਼ੁਕਰਾਨੇ ਨਾਲ ਸਾਡਾ ਹਿਰਦਾ, ਸਾਡਾ ਮਨ ਭਰ ਜਾਂਦਾ ਹੈ। ਜਦੋਂ ਅਸੀਂ ਉਹਦੀ ਰਜ਼ਾ ਤੋਂ ਬਾਹਰ ਚਲੇ ਜਾਂਦੇ ਹਾਂ, ਉਦੋਂ ਸ਼ੁਕਰਾਨੇ ਦੀ ਬਜਾਏ ਸਾਡੇ 'ਚ ਗਿਲੇ ਤੇ ਸ਼ਿਕਵੇ ਭਰ ਜਾਂਦੇ ਨੇ। ਸੋ ਗਿਲਿਆਂ ਸ਼ਿਕਵਿਆਂ ਵਾਲੇ ਬੰਦੇ ਦਾ ਸਿਮਰਨ ਕੀਤਾ ਹੋਇਆ ਵੀ ਅਜਾਈਂ ਚਲਾ ਜਾਂਦਾ ਹੈ। ਰਜ਼ਾ ਵਿੱਚ ਰਾਜੀ ਰਹਿਣ ਵਾਲਾ ਬੰਦਾ ਬਿਨਾਂ ਸਿਮਰਨ ਤੋਂ ਵੀ ਉਹਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਸੋ ਇਹ ਗੱਲ ਆਪਾਂ ਹਮੇਸ਼ਾ ਯਾਦ ਰੱਖਣੀ ਹੈ। ਜਿਹੜੇ ਲੋਕ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਨੇ, ਅਸਲ ਵਿੱਚ ਉਹ ਵੱਡਿਆਂ ਭਾਗਾਂ ਵਾਲੇ ਹਨ। ਅਗਲੀਆਂ 2 ਪੰਕਤੀਆਂ ਨੇ ਜੀ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ। ਜੋ ਰਾਮ ਦਾ ਨਾਮ, ਉਸ ਦੀ ਵਿਚਾਰ ਕਰਦੇ ਨੇ। ਹੁਣ ਅਸੀਂ ਜਿਵੇਂ ਨਾਮ ਦੀ ਹੀ ਅੱਜ ਵਿਚਾਰ ਕਰ ਰਹੇ ਹਾਂ ਹੁਣ ਇਸ ਵਕਤ, ਕਿ ਨਾਮ ਕੇਵਲ ਵਾਹਿਗੁਰੂ ਵਾਹਿਗੁਰੂ ਆਖਣਾ ਹੀ ਨਾਮ ਨਹੀਂ।
ਕੁਝ ਹੋਰ ਇਹੋ ਜਿਹਾ ਕੋਈ ਮੰਤਰ ਪੜ੍ਹਨਾ ਹੀ ਵਾਹਿਗੁਰੂ ਜੀ ਦਾ ਨਾਮ ਲੈਣਾ ਨਹੀਂ। ਸਗੋਂ ਜਦੋਂ ਇਹਦੇ ਤੇ ਆਪਾਂ ਸਮੁੱਚੀ ਵਿਚਾਰ ਕਰਦੇ ਹਾਂ ਤੇ ਇਹ ਸਮਝ ਪੈਂਦੀ ਹੈ ਕਿ ਉਹਦੀ ਰਜ਼ਾ ਵਿੱਚ ਰਾਜੀ ਰਹਿਣਾ, ਇਹ ਵੀ ਉਹਦਾ ਨਾਮ ਜਪਣਾ ਹੀ ਹੈ। ਰਜ਼ਾ ਵਿੱਚ ਰਾਜੀ ਰਹਿੰਦਿਆਂ ਹੋਇਆਂ ਫਿਰ ਉਹਦੇ ਨਾਮ ਦਾ ਬਾਰ-ਬਾਰ ਉਚਾਰਨ ਕਰਨਾ, ਮਨ ਜਾਂ ਆਪਣੀ ਸੁਰਤ ਨੂੰ ਉਹਦੀ ਯਾਦ ਵਿੱਚ ਜੋੜ ਕੇ ਰੱਖਣਾ, ਇਹ ਸਾਰੀ ਨਾਮ ਦੀ ਵਿਚਾਰ ਹੈ, ਨਾਮ ਉੱਤੇ ਵਿਚਾਰ ਕਰਨਾ ਹੈ। ਸੋ ਜਦੋਂ ਆਪਾਂ ਨਾਮ ਤੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਨਾਮ ਕੀ ਹੈ, ਗੱਲ ਤੇ ਇਹੋ ਹੀ ਹੈ ਨਾ ਵੀ ਉੱਤੇ ਵਿਚਾਰ ਹੋਰ ਕੀ ਕਰਨੀ ਹੈ। ਵਿਚਾਰ ਤੇ ਇਹ ਹੈ ਵੀ ਨਾਮ ਕੀ ਹੈ ਰੱਬ ਦਾ। ਤੇ ਗੁਰੂ ਜੀ ਕਹਿੰਦੇ ਨੇ ਕਿ ਉਹਦਾ ਕੋਈ ਨਾਂ ਨਹੀਂ ਹੈਗਾ, ਨਾਂ ਹੈ ਹੀ ਨਹੀਂ ਉਹਦਾ ਕੋਈ। ਉਹਦਾ ਨਾ ਕੋਈ ਨਾਂ ਹੈ, ਨਾ ਉਹਦਾ ਕੋਈ ਥਾਂ ਹੈ, ਨਾ ਉਹਦਾ ਕੋਈ ਮਾਤਾ ਪਿਤਾ ਹੈ, ਨਾ ਉਹਦਾ ਕੋਈ ਜਨਮ ਸਥਾਨ ਹੈ, ਨਾ ਉਹਦੀ ਕੋਈ ਜਨਮ ਤਾਰੀਖ ਹੈ, ਕੁਛ ਵੀ ਨਹੀਂ ਹੈ। ਇਸੇ ਕਰਕੇ ਉਹ ਸਦਾ ਸਦਾ ਤੇ ਹਰ ਥਾਂ ਤੇ ਆ। ਜੇ ਅਸੀਂ ਉਸ ਦਾ ਕੋਈ ਇੱਕ ਥਾਂ ਨੀਅਤ ਕਰੀਏ ਤੇ ਉਹ ਦੂਜੀਆਂ ਥਾਵਾਂ ਤੇ ਨਾ ਹੋਵੇਗਾ। ਜੇ ਅਸੀਂ ਉਸ ਦਾ ਇੱਕ ਨਾਮ ਨੀਅਤ ਕਰ ਦਈਏ ਤੇ ਬਾਕੀ ਨਾਮ ਫਿਰ ਕਿਹਦੇ ਹੋਣਗੇ। ਸੋ ਇਹੀ ਹੈ ਨਾਮ ਤੇ ਵਿਚਾਰ ਕਰਨਾ। ਗੁਰਬਾਣੀ ਵਿੱਚ ਵੀ ਤੇ ਸਿਆਣੇ ਜਿਹੜੇ ਮਹਾਂਪੁਰਸ਼ ਲੋਕ ਨੇ ਉਹ ਇਹ ਗੱਲ ਆਖਦੇ ਨੇ ਕਿ ਵਾਹਿਗੁਰੂ ਜੀ ਨੇ ਨਾਮ ਤੋਂ ਇਹ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਤੇ ਸਿੱਖ ਲੋਕ ਕਹਿ ਰਹੇ ਨੇ ਉਹਦਾ ਨਾਮ ਵਾਹਿਗੁਰੂ ਹੈ। ਹਿੰਦੂ ਲੋਕ ਕਹਿ ਰਹੇ ਨੇ ਉਹਦਾ ਨਾਂ ਰਾਮ ਹੈ। ਮੁਸਲਮਾਨ ਕਹਿ ਰਹੇ ਨੇ ਉਹਨੂੰ ਅੱਲਾ ਆਖਦੇ ਨੇ, ਉਹਦਾ ਨਾਂ ਅੱਲਾ ਹੈ। ਹੋਰ ਬਹੁਤ ਸਾਰੇ ਨਾਮ ਨੇ। ਸੋ ਕੀ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਨਾਮ ਤੋਂ ਉਸਨੇ ਸ੍ਰਿਸ਼ਟੀ ਸਿਰਜੀ ਹੈ? ਕਿਹੜਾ ਨਾਮ ਹੈ ਉਹ? ਕੀ ਇਹਨਾਂ ਵਿੱਚੋਂ ਹੈ ਕੋਈ ਉਹ ਨਾਮ? ਸ੍ਰਿਸ਼ਟੀ ਦੀ ਸਿਰਜਣਾ ਨੂੰ ਤੇ ਅਰਬਾਂ ਖਰਬਾਂ ਸਾਲ ਬੀਤ ਚੁੱਕੇ ਨੇ। ਇਹ ਨਾਮ ਅਸੀਂ ਹੁਣ ਪਏ ਦਿੰਦੇ ਹਾਂ ਉਸ ਮਾਲਕ ਨੂੰ। ਸੋ ਇਹਦਾ ਮਤਲਬ ਹੈ ਇਹਨਾਂ ਵਿੱਚੋਂ ਉਹਦਾ ਸੱਚਾ ਨਾਮ ਕੋਈ ਵੀ ਨਹੀਂ। ਇਹ ਉਹਦੇ ਸੰਕੇਤਕ ਨਾਮ ਹਨ। ਸੱਚਾ ਨਾਮ ਕੀ ਹੈ? ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਵਾਹਿਗੁਰੂ ਜੀ ਨੇ ਪਸਾਰਾ ਕੀਤਾ ਇੱਕ ਕਵਾਓ ਤੋਂ ਕੀਤਾ। ਕਵਾਓ ਦਾ ਮਤਲਬ ਹੈ ਜੀ ਇੱਕ ਬੋਲ। ਉਹ ਬੋਲ ਕੀ ਹੈ? ਉਹ ਹੈ ਨਾਮ, ਉਹ ਜਿਹੜਾ ਬੋਲ ਸੀ ਜਿਹਦੇ ਤੋਂ ਸ੍ਰਿਸ਼ਟੀ ਦੀ ਸਿਰਜਣਾ ਹੋਈ। ਉਸ ਬੋਲ ਨੂੰ ਸਾਇੰਸ ਕਹਿੰਦੀ ਉਹ ਬਿਗ ਬੈਂਗ ਸੀਗਾ। ਮਹਾਂਪੁਰਸ਼ ਜਿਹੜੇ ਕਹਿੰਦੇ ਨੇ ਉਹਨਾਂ ਦੀ ਵਿਚਾਰ ਹੈ ਕਿ ਉਹ ਅਨਹਦ ਹੈ, ਅਨਹਤ ਹੈ। ਜਿਹੜਾ ਜੇ ਬਿਗ ਬੈਂਗ ਦੀ ਅਸੀਂ ਗੱਲ ਕਰੀਏ ਤੇ ਅਕਸਰ ਉਹ ਕੋਈ ਚੀਜ਼ ਫਟੀ ਕਿਸੇ ਦੂਜੀ ਦੇ ਕਾਰਨ ਤੇ ਤਾਂ ਉਹ ਵੱਡਾ ਧਮਾਕਾ ਹੋਇਆ। ਲੇਕਿਨ ਜੋ ਅਨਹਦ ਸ਼ਬਦ ਹੈ ਉਹ ਇੱਕ ਕਵਾਓ ਤੋਂ ਹੋਇਆ, ਇੱਕ ਬੋਲ ਤੋਂ ਹੋਇਆ। ਸਹੀ ਅਰਥਾਂ ਵਿੱਚ ਉਹ ਜਿਹੜੀ ਅਨਹਦ ਬਾਣੀ ਹੈ ਉਹ ਵਾਹਿਗੁਰੂ ਜੀ ਦਾ ਨਾਮ ਹੈ, ਜਿਸ ਤੋਂ ਉਹਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਸੋ ਇਸੇ ਲਈ ਉਸ ਨੂੰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ। ਉਹ ਇੱਕ ਧੁਨ ਹੈ, ਇੱਕ ਕਵਾਓ ਹੈ। ਇਹ ਸੰਕੇਤਕ ਨਾਮ ਹਨ ਉਸ ਦੇ। ਵਾਹਿਗੁਰੂ, ਰਾਮ, ਰਹੀਮ, ਅੱਲਾ, ਖੁਦਾ, ਇਹ ਸਾਰੇ ਉਹਦੇ ਸੰਕੇਤਕ ਨਾਮ ਹਨ। ਇਹ ਉਹਦੇ ਗੁਣਾਂ ਨੂੰ ਵੇਖ ਕੇ ਵਿਚਾਰਵਾਨ ਲੋਕਾਂ ਨੇ ਉਹਨੂੰ ਨਾਮ ਦਿੱਤੇ ਹੋਏ ਨੇ। ਸਤ ਨਾਮ ਤੇਰਾ ਭਰਾ ਪੂਰਬਲਾ, ਤੇਰੀ ਹੋਂਦ ਹੀ ਤੇਰਾ ਸਹੀ ਅਰਥਾਂ ਵਿੱਚ ਸੱਚਾ ਨਾਮ ਹੈ। ਤੇ ਉਹਦੀ ਹੋਂਦ ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀ, ਸ੍ਰਿਸ਼ਟੀ ਦੇ ਵਿੱਚ ਹੁਣ ਵੀ ਹੈ। ਸ੍ਰਿਸ਼ਟੀ ਨਹੀਂ ਰਹੇਗੀ, ਉਹਦੀ ਹੋਂਦ ਫਿਰ ਵੀ ਰਹੇਗੀ। ਸੋ ਜਿਹੜੇ ਲੋਕ ਇਸ ਚੀਜ਼ ਉੱਤੇ ਵਿਚਾਰ ਕਰਕੇ ਤੇ ਉਸ ਦੀ ਗਹਿਰਾਈ ਤੱਕ ਉੱਥੋਂ ਤੱਕ ਪਹੁੰਚਦੇ ਨੇ, ਉਹਨਾਂ ਦੀ ਸੁਰਤ ਉਸ ਨੂੰ ਫੜ ਲੈਂਦੀ ਹੈ, ਉਸ ਕਵਾਓ ਨੂੰ, ਉਸ ਅਨਹਦ ਧੁਨੀ ਨੂੰ। ਸੇਤ ਹਨਵੰਤ ਗਣੀ ਸੰਸਾਰ, ਉਹ ਹਨ ਸੰਸਾਰ ਦੇ ਅੰਦਰ ਧੰਨਵਾਨ ਲੋਕ। ਉਂਝ ਅਸੀਂ ਧੰਨਵਾਨ ਕਿਹਨੂੰ ਕਹਿੰਦੇ ਹਾਂ? ਟੈਸਲਾ ਵਾਲਿਆਂ ਨੂੰ।
ਅਮਾਜ਼ੋਨ ਵਾਲਿਆਂ ਨੂੰ, ਸੌਫਟਵੇਅਰ ਵਾਲਿਆਂ ਨੂੰ। ਇੰਡੀਆ ਵਿੱਚ ਬਿਰਲਾ, ਟਾਟਾ, ਅੱਜ ਕੱਲ੍ਹ ਉਹ ਅੰਬਾਨੀ ਤੇ ਅੰਡਾਨੀ ਬੜੇ ਅਮੀਰ ਹੋਏ ਪਏ ਨੇ। ਸਾਡੀ ਨਿਗਾਹ ਵਿੱਚ ਇਹ ਲੋਕ ਧੰਨਵੰਤ ਹਨ, ਪਰ ਗੁਰੂ ਜੀ ਆਖਦੇ ਨੇ, ਗੁਰੂ ਜੀ ਦੀ ਨਿਗਾਹ ਵਿੱਚ ਉਹ ਧੰਨਵੰਤ ਹਨ, ਉਹ ਧੰਨਵਾਨ ਹਨ ਪੂਰੇ ਸੰਸਾਰ ਦੇ ਅੰਦਰ ਜਿਹੜੇ ਪ੍ਰਭੂ ਦੇ ਨਾਮ ਦੀ ਵਿਚਾਰ ਕਰਦੇ ਨੇ। ਤੋ ਵਿਚਾਰ ਕਰਨ ਤੋਂ ਮਤਲਬ ਹੁੰਦਾ ਹੈ ਕਿ ਉਹਦੀ ਗਹਿਰਾਈ ਤੱਕ ਪਹੁੰਚਣਾ, ਉਹਦੀ ਅਸਲੀਅਤ ਤੱਕ ਪਹੁੰਚਣਾ। ਜਦੋਂ ਕਿਸੇ ਮਨੁੱਖ ਦੀ ਸੁਰਤ, ਇਹ ਜਿਹੜੇ ਸਾਨੂੰ ਉਹਦੇ ਗੁਣਾਤਮਕ ਨਾਮ ਦਿੱਤੇ ਗਏ ਨੇ, ਇਹਨਾਂ ਨੂੰ ਸਿਮਰਦਿਆਂ ਸਿਮਰਦਿਆਂ ਇਹਨਾਂ ਦੀ ਰਾਹੀਂ ਉਸ ਸੂਖਸ਼ਮ ਤੱਤ ਤੱਕ ਪਹੁੰਚ ਜਾਂਦੀ ਏ। ਉੱਥੇ ਜਾ ਕੇ ਸਾਨੂੰ ਸਮਝ ਪੈਂਦੀ ਹੈ ਕਿ ਵਾਹਿਗੁਰੂ ਜੀ ਦਾ ਅਸਲ ਵਿੱਚ ਨਾਮ ਕੀ ਏ। ਤੇ ਜਿਨ੍ਹਾਂ ਨੂੰ ਉਹ ਸਮਝ ਪੈ ਜਾਂਦੀ ਏ, ਉਹ ਹੀ ਸੰਸਾਰ ਦੇ ਅੰਦਰ ਅਮੀਰ ਲੋਕ ਨੇ। ਸੋ ਆਪਾਂ ਅਮੀਰ ਹੋਣ ਵਾਸਤੇ ਕੰਮ ਕਰਨਾ ਹੈ, ਧਰਮ ਦੀ ਕਿਰਤ ਕਰਨੀ ਹੈ, ਸਾਰਾ ਕੁਝ ਕਰਨਾ ਹੈ, ਲੇਕਿਨ ਧਨਵੰਤ ਹੋਣ ਲਈ ਅਸੀਂ ਨਾਮ ਦੀ ਵਿਚਾਰ ਕਰਨੀ ਹੈ। ਇਹ ਸਾਰਾ ਸੰਸਾਰਿਕ ਵਲੇਵਾ ਜਿਹੜਾ ਹੈ ਸਾਡੀ ਉਪਜੀਵਕਾ ਦਾ ਸਾਧਨ ਹੈ, ਸਾਡੀ ਰੋਜ਼ੀ ਰੋਟੀ ਦਾ ਸਾਧਨ ਹੈ। ਅਸੀਂ ਇਹਦੇ ਨਾਲ ਘਰ ਬਣਾਉਂਦੇ ਹਾਂ, ਇਹਦੇ ਅੰਦਰ ਰਹਿੰਦੇ ਹਾਂ, ਸੁੱਖ ਨਾਲ ਜ਼ਿੰਦਗੀ ਜਿਉਂਦੇ ਹਾਂ। ਇਹ ਸਾਰੀਆਂ ਚੀਜ਼ਾਂ ਚੰਗੀਆਂ ਨੇ, ਲੇਕਿਨ ਅਮੀਰ ਹੋਣ ਵਾਸਤੇ ਸਾਨੂੰ ਪੈਸੇ ਦੀ ਲੋੜ ਨਹੀਂ। ਅਮੀਰ ਹੋਣ ਵਾਸਤੇ ਸਾਨੂੰ ਰਾਮ ਦੇ ਨਾਮ ਦੀ ਵਿਚਾਰ ਕਰਨ ਦੀ ਲੋੜ ਹੈ। ਸੋ ਵਿਚਾਰ ਕਰ ਕਰਕੇ ਸਹਿਜੇ ਸਹਿਜੇ ਆਉਤਲੀਆਂ ਚੀਜ਼ਾਂ ਨੂੰ ਉਤਾਰਦੇ, ਜਿਵੇਂ ਤੁਸੀਂ ਪਿਆਜ਼ ਵੇਖਿਆ ਨਾ, ਗੰਢਾ, ਤੇ ਉਹਦੇ ਉੱਤੇ ਇੱਕ ਛਿਲਕਾ ਉਤਾਰੋ ਥੱਲਿਓਂ ਹੋਰ ਨਿਕਲਦਾ, ਦੂਜਾ ਉਤਾਰੋ ਥੱਲਿਓਂ ਹੋਰ ਨਿਕਲਦਾ ਹੈ। ਇਸ ਤਰ੍ਹਾਂ ਉਤਾਰਦੇ ਜਾਓ ਤੇ ਥੱਲੇ ਕੁਝ ਵੀ ਨਹੀਂ ਰਹਿ ਜਾਂਦਾ। ਬਸ ਇਹੋ ਹੀ ਪ੍ਰਮਾਤਮਾ ਦੀ ਸਥਿਤੀ ਜੇ। ਉਸ ਥਾਂ ਤੇ ਪਹੁੰਚਣਾ ਜਿੱਥੇ ਕੁਝ ਵੀ ਨਹੀਂ ਰਹਿ ਜਾਂਦਾ, ਉੱਥੇ ਨਿਰੰਕਾਰ ਹੁੰਦਾ ਹੈ। ਨਿਰੰਕਾਰ ਤੋਂ ਮਤਲਬ ਨਿਰਾਕਾਰ, ਉੱਥੇ ਕੋਈ ਆਕਾਰ ਨਹੀਂ ਰਹਿ ਜਾਂਦਾ। ਜਿਹੜਾ ਬੰਦਾ ਉੱਥੋਂ ਤੱਕ ਪਹੁੰਚ ਜਾਏ, ਸਹੀ ਅਰਥਾਂ ਵਿੱਚ ਉਹ ਅਮੀਰ ਆਦਮੀ ਹੈ, ਉਹ ਧੰਨਵਾਨ ਮਨੁੱਖ ਹੈ। ਅਗਲੀਆਂ ਪੰਕਤੀਆਂ ਨੇ, ਮਨ ਤਨ ਮੁਖ ਬੋਲੇ ਹੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਮੈਂ ਜਦੋਂ ਇਸ ਪੰਕਤੀ ਨੂੰ ਪੜ੍ਹ ਰਿਹਾ ਸਾਂ ਅੱਜ ਹੀ ਸਵੇਰੇ, ਮੈਂ ਹੈਰਾਨ ਹੋ ਰਿਹਾ ਸਾਂ ਵੀ ਸੱਚੀ ਜਦੋਂ ਗੁਰਬਾਣੀ ਨੂੰ ਵੇਖੋ, ਇਹ ਤੁਹਾਡੀ ਕਿਰਪਾ ਦਾ ਸਦਕਾ ਹੀ ਇਹ ਮੈਂ ਇਸ ਤਰ੍ਹਾਂ ਇਹਨੂੰ ਸਮਝ ਪਾ ਰਿਹਾ, ਕਿਉਂਕਿ ਤੁਸੀਂ ਮੈਨੂੰ ਸਮਾਂ ਦਿੰਦੇ ਜੇ। ਵੀ ਮਨ ਕਰਕੇ ਤੇ ਕੋਈ ਬੰਦਾ ਬੋਲ ਸਕਦਾ ਹੈ, ਵੀ ਉਹ ਮਨੋ ਮਨੀ ਹੀ ਗੱਲਾਂ ਕਰੀ ਜਾਏ ਕਿਸੇ ਨਾਲ, ਮਨ ਵਿੱਚ ਹੀ ਫੁਰਨੇ ਉੱਠਦੇ ਜਾਣ, ਤੇ ਮੂੰਹ ਨਾਲ ਵੀ ਅਸੀਂ ਬੋਲਦੇ ਹਾਂ, ਤੇ ਤਨ ਕਰਕੇ ਕਿਵੇਂ ਬੋਲਦੇ ਹਾਂ ਨਾ। ਇੱਥੇ ਲਿਖਿਆ ਮਨ ਤਨ ਮੁਖ ਬੋਲੇ ਹਰ ਮੁਖੀ। ਮਨ ਕਰਕੇ, ਸਰੀਰ ਕਰਕੇ ਤੇ ਮੁਖ ਕਰਕੇ ਜਿਹੜੇ ਬੋਲਦੇ ਹਨ ਵਾਹਿਗੁਰੂ ਜੀ ਦਾ ਨਾਮ, ਉਹ ਵਾਹਿਗੁਰੂ ਜੀ ਦੇ ਦਰ ਤੇ ਮੁਖੀ ਹੁੰਦੇ ਨੇ। ਉਂਝ ਅਸੀਂ ਐਸੇ ਸਿੱਖ ਹਾਂ ਵੀ ਗੁਰਦੁਆਰਿਆਂ 'ਚ ਲੜ ਕੇ ਅਸੀਂ ਮੁਖੀ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਵੀ ਮੈਂ ਮੁਖੀ ਬਣਨਾ ਭਾਵੇਂ ਜੋ ਮਰਜ਼ੀ ਹੋ ਜਾਏ। ਤੇ ਲੜਾਈਆਂ, ਝਗੜੇ, ਫਸਾਦ, ਵੋਟਾਂ, ਕੀ ਦਾ ਕੀ ਅਸੀਂ ਬਣਾ ਕੇ ਰੱਖ ਲਿਆ ਹੈ। ਤੇ ਗੁਰੂ ਜੀ ਕਿੰਨਾ ਸਪਸ਼ਟ ਕਰਦੇ ਨੇ ਕਿ ਅਸਲ ਵਿੱਚ ਉਹ ਮੁਖੀ ਬੰਦਾ ਹੈ, ਉਹ ਪ੍ਰਧਾਨ ਹੈ, ਉਹ ਪ੍ਰੈਜ਼ੀਡੈਂਟ ਹੈ, ਜਿਹੜਾ ਮਨ ਕਰਕੇ, ਤਨ ਕਰਕੇ ਤੇ ਮੁਖ ਕਰਕੇ ਵਾਹਿਗੁਰੂ ਜੀ ਦੇ ਬੋਲ ਬੋਲਦਾ ਹੈ, ਉਹਦੇ ਨਾਮ ਦਾ ਸਿਮਰਨ ਕਰਦਾ ਹੈ। ਸੋ ਮਨ ਕਰਕੇ ਹੈ ਜੀ ਵਿਚਾਰ ਕਰਨਾ ਉਹਦੇ ਨਾਮ ਉੱਤੇ, ਮੁੱਖ ਤੋਂ ਜੀਭਾਂ ਨਾਲ ਉਹਦੇ ਨਾਮ ਦਾ ਉਚਾਰਨ ਕਰਨਾ, ਤੇ ਤਨ ਨੂੰ ਉਹਦੀ ਰਜ਼ਾ ਵਿੱਚ ਰਾਜੀ ਰੱਖਣਾ। ਤਨ ਕੀ ਹੈ? ਸਾਡੇ ਇਹ ਕਰਮ ਇੰਦਰੇ, ਜਿਹੜੇ ਗਿਆਨ ਇੰਦਰੇ ਨੇ। ਅਸੀਂ ਪਿੱਛੇ ਜੇ ਮੈਂ ਇੱਕ ਦਿਨ ਗੱਲ ਕੀਤੀ ਸੀ, ਸਾਡਾ ਸਰੀਰ ਜਿਹੜਾ ਨਾ ਕੁਝ ਇਹਨਾਂ ਚੀਜ਼ਾਂ ਦਾ ਬਣਿਆ ਹੋਇਆ ਹੈ। ਇਹਦੇ ਵਿੱਚ 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ, ਇੱਕ ਅੰਤਸ਼ਕਰਨ ਜਿਹਦੇ ਵਿੱਚ ਮਨ, ਬੁੱਧ, ਚਿੱਤ ਤੇ ਅਹੰਕਾਰ, ਇਹ 4 ਚੀਜ਼ਾਂ ਨੇ। ਇਹਨਾਂ ਸਭਨਾਂ ਨੂੰ ਸਹਾਰਾ ਦੇਣ ਵਾਸਤੇ ਇਹਦੇ ਵਿੱਚ ਇੱਕ ਆਤਮਾ ਨੂੰ ਰੱਖਿਆ ਗਿਆ ਹੈ, ਜਿਹੜਾ ਪ੍ਰਭੂ ਦੀ ਅੰਸ਼ ਹੈ।
ਸੋ ਇਹ ਮੂਲ ਰੂਪ ਵਿੱਚ ਸਾਡੇ ਸਰੀਰ ਦਾ ਸਟਰਕਚਰ ਇਹੋ ਹੀ ਹੈ। ਉਹਦੀ ਜਿਹੜੀ ਬਣਾਵਟ, ਜਿਹੜਾ ਢਾਂਚਾ ਹੈ ਨਾ, ਉਹ ਇਹੋ ਹੀ ਇੰਨਾ ਕੀ ਹੈ, 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ ਬੁੱਧ ਚਿੱਤ ਤੇ ਹੰਕਾਰ, ਤੇ ਉਹਨਾਂ ਸਾਰਿਆਂ ਨੂੰ ਸਹਾਰਾ ਦੇਣ ਵਾਲੀ ਆਤਮਾ। ਸੋ ਅਸੀਂ ਆਪਣੇ ਤਨ ਨੂੰ, ਇਹਨਾਂ ਗਿਆਨ ਕਰਮ ਇੰਦਰੀਆਂ ਨੂੰ ਮਾੜੇ ਪਾਸੇ ਨਹੀਂ ਜਾਣ ਦੇਣਾ। ਵਾਹਿਗੁਰੂ ਜੀ ਦੀ ਰਜ਼ਾ ਵਿੱਚ ਇਹਨਾਂ ਨੂੰ ਟਿਕਾ ਕੇ ਰੱਖਣਾ। ਇਹੋ ਹੀ ਤਨ ਦਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨਾ। ਜਿਵੇਂ ਮੈਨੂੰ ਮਹਿਸੂਸ ਹੋਇਆ ਜੀ, ਹੋਰ ਵੀ ਕਈ ਚੀਜ਼ਾਂ ਹੋਣਗੀਆਂ, ਤੁਸੀਂ ਵੀ ਇਹਦੇ ਉੱਤੇ ਜ਼ਰੂਰ ਖੋਜ ਕਰਨਾ, ਇਹਦੇ ਉੱਤੇ ਹੋਰ ਵਿਚਾਰ ਕਰਨਾ। ਗੁਰੂ ਜੀ ਨੇ ਤੇ ਆਖੇ ਕਿ ਜਿਹੜੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ, ਉਹੀ ਧਨਵਾਨ ਲੋਕ ਨੇ ਜਿਹੜੇ ਵਿਚਾਰ ਕਰਦੇ ਨੇ। ਤੇ ਜੀ ਤੁਸੀਂ ਇਸ ਤੇ ਹੋਰ ਵਿਚਾਰ ਕਰਨਾ ਕਿ ਤਨ ਕਰਕੇ ਅਸੀਂ ਕਿਵੇਂ ਬੋਲ ਸਕਦੇ ਹਾਂ, ਹੈ ਨਾ। ਇਹ ਤੁਸੀਂ ਵਿਚਾਰ ਕਰਨਾ, ਇਹ ਤੁਹਾਡਾ ਹੋਮਵਰਕ ਹੈ। ਫਿਰ ਅੱਗੇ ਗੁਰੂ ਜੀ ਨੇ ਆਖਿਆ, ਸਦਾ ਸਦਾ ਜਾਣੋ ਤੇ ਸੁਖੀ ਉਹਨਾਂ ਲੋਕਾਂ ਨੂੰ ਜਿਹੜੇ ਮਨ ਕਰਕੇ, ਤਨ ਕਰਕੇ, ਮੁਖ ਕਰਕੇ ਵਾਹਿਗੁਰੂ ਜੀ ਦਾ ਨਾਮ ਬੋਲਦੇ ਨੇ। ਉਹ ਵਾਹਿਗੁਰੂ ਜੀ ਦੇ ਦਰ ਤੇ ਮੁਖੀ ਅਖਵਾਉਂਦੇ ਨੇ, ਯਾਨੀ ਪ੍ਰਧਾਨ ਲੋਕ ਅਖਵਾਉਂਦੇ ਨੇ, ਪੰਚ ਅਖਵਾਉਂਦੇ ਨੇ, ਤੇ ਉਹਨਾਂ ਨੂੰ ਜਾਣੋ ਸਦਾ ਲਈ ਸੁਖੀ ਹਨ। ਹੋਰ ਸੰਸਾਰ ਵਿੱਚ ਕੋਈ ਵੀ ਸੁਖੀ ਨਹੀਂ। ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਹੋਇਆ ਕਿ ਨਾਨਕ ਦੁਖੀਆ ਸਭ ਸੰਸਾਰ। ਤੇ ਸਭ ਸੰਸਾਰ ਵਿੱਚ ਆਪਾਂ ਸਾਰੇ ਹੀ ਆਉਂਦੇ ਹਾਂ। ਇਹਦਾ ਮਤਲਬ ਇਹ ਸਾਰੇ ਹੀ ਅਸੀਂ ਦੁਖੀ ਹਾਂ। ਤੇ ਸਾਨੂੰ ਨਾ ਦੁੱਖ 3 ਤਰ੍ਹਾਂ ਦੇ ਹੁੰਦੇ ਨੇ ਜੀ। ਇੱਕ ਮਾਨਸਿਕ ਰੋਗ ਹੁੰਦੇ ਨੇ, ਇੱਕ ਸਰੀਰਕ ਰੋਗ ਹੁੰਦੇ ਨੇ, ਤੇ ਇੱਕ ਕੁਦਰਤੀ ਆਫਤਾਂ ਹੁੰਦੀਆਂ ਨੇ। ਆਤਮਿਕ ਤੌਰ ਤੇ ਅਸੀਂ ਰੋਗੀ ਕਦੇ ਨਹੀਂ ਹੋ ਸਕਦੇ, ਕਿਉਂਕਿ ਆਤਮਾ ਨੂੰ ਕਦੀ ਕੋਈ ਰੋਗ, ਕੋਈ ਦੁੱਖ, ਕੋਈ ਸੁੱਖ ਉਹਦੇ ਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ ਆਤਮਾ ਪਰਮਾਤਮਾ ਦਾ ਹਿੱਸਾ ਹੈ, ਉਹਦਾ ਇੱਕ ਅੰਸ਼ ਹੈ, ਉਹਦੀ ਇੱਕ ਬੂੰਦ ਹੈ। ਸੋ ਉਹ ਤੇ ਸਦਾ ਹੀ ਸੁਖੀ ਹੈ। ਲੇਕਿਨ ਉਤਲਾ ਜਿਹੜਾ ਸਾਡਾ ਸਰੀਰ ਹੈ, ਮਨ ਤੇ ਤਨ, ਇਹ ਦੁਖੀ ਹੁੰਦਾ ਹੈ। ਤੇ ਤੀਸਰਾ ਰੋਗ ਇਹਨੂੰ ਕਈ ਵਾਰੀ ਵਿਆਪਦਾ, ਜਦੋਂ ਕੋਈ ਕੁਦਰਤੀ ਆਫਤਾਂ ਆਉਂਦੀਆਂ ਨੇ, ਉਹਨਾਂ ਤੋਂ ਵੀ ਇਹ ਦੁਖੀ ਹੁੰਦਾ ਹੈ। ਸੋ ਗੁਰੂ ਸਾਹਿਬ ਨੇ ਆਖਿਆ ਸੀ ਕਿ ਜਿੰਨੇ ਸੰਸਾਰ ਵਿੱਚ ਲੋਕ ਨਜ਼ਰ ਆਉਂਦੇ ਨੇ ਤੁਹਾਨੂੰ, ਇਹ ਸਾਰੇ ਹੀ ਦੁਖੀ ਨੇ। ਤੇ ਉਹਨਾਂ ਨੂੰ ਪੁੱਛਿਆ ਕਿ ਫਿਰ ਸੁਖੀ ਕਿਵੇਂ ਹੋ ਸਕੀਦਾ ਹੈ। ਤੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜੀ, ਮੰਨੇ ਨਾਉ ਸੋਈ ਜਿਨ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਜਿਹੜਾ ਨਾਮ ਨੂੰ ਮੰਨਦਾ ਹੈ, ਤੁਸੀਂ ਨਾ ਇੱਕ ਪਿੱਛੇ ਜੇ ਮੈਂ ਕਥਾ ਵਿੱਚ ਮੰਨਣ ਦੀ ਗੱਲ ਕੀਤੀ ਸੀ, ਉਸ ਨੂੰ ਦੁਬਾਰਾ ਸੁਣ ਲੈਣਾ। ਮੰਨੈ ਨਾਉ, ਨਾਮ ਨੂੰ ਮੰਨਣ ਕਰਨਾ ਹੈ। ਇੱਕ ਤੇ ਅਸੀਂ ਮੰਨ ਲਿਆ ਨਾ ਕਿ ਹਾਂਜੀ ਠੀਕ ਹੈ ਜੀ, ਵਾਹਿਗੁਰੂ ਜੀ ਦਾ ਨਾਮ ਜਿਹੜੇ ਜਪਦੇ ਨੇ ਉਹ ਬੜੇ ਚੰਗੇ ਨੇ, ਉਹ ਧਨਵਾਨ ਨੇ, ਉਹ ਸੁਖੀ ਨੇ, ਉਹ ਸਭ ਕੁਛ ਹੈ, ਹੈ ਨਾ। ਇੱਕ ਅਸੀਂ ਕਹਿੰਦੇ ਹਾਂ ਜੀ, ਹਾਂਜੀ ਅਸੀਂ ਮੰਨਦੇ ਹਾਂ ਕਿ ਵਾਹਿਗੁਰੂ ਦਾ ਨਾਮ ਲੈਣ ਨਾਲ ਬੰਦਾ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਅਸੀਂ ਮੰਨਦੇ ਹਾਂ। ਇੱਕ ਤੇ ਇਹ ਮੰਨਣਾ ਹੁੰਦਾ ਹੈ, ਇੱਕ ਹੁੰਦਾ ਹੈ ਮਨਨ ਕਰਨਾ। ਸੋ ਅਸੀਂ ਮਨਨ ਕਰਨਾ ਹੈ ਨਾਮ ਦਾ। ਮੰਨੇ ਨਾਉ ਸੋਈ ਜਿਨ ਜਾਏ। ਜਿਨ ਦਾ ਇੱਥੇ ਮਤਲਬ ਹੈ ਜਿੱਤ ਕੇ ਜਾਣਾ। ਜਿਹੜੇ ਲੋਕ ਨਾਮ ਦਾ ਮਨਨ ਕਰਦੇ ਨੇ, ਉਹ ਸੰਸਾਰ ਵਿੱਚੋਂ ਇਸ ਸੰਸਾਰਿਕ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਅਵਰੀ ਕਰਮ ਨਾ ਲੇਖੇ ਲਾਏ। ਔਰ ਜਿੰਨੇ ਅਸੀਂ ਕਰਮ ਕਾਂਡ ਕਰਦੇ ਹਾਂ, ਜੋ ਗੁਰਦੁਆਰਿਆਂ 'ਚ, ਮੰਦਰਾਂ, ਮਸੀਤਾਂ 'ਚ, ਇਹ ਸਾਰੇ ਪਖੰਡ ਕਰਮ ਨੇ ਜੀ, ਮੇਰੀ ਨਿਗਾਹ ਵਿੱਚ। ਮੈਂ ਆਪਣੀ ਗੱਲ ਕਰਦਾ ਜੀ। ਵੇਖੋ, ਕਿਸੇ ਨੂੰ ਇਹ ਕਰਮ ਚੰਗੇ ਲੱਗਦੇ ਨੇ, ਉਹ ਜੀ ਸਦਕੇ ਕਰੀ ਜਾਏ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਕਿਸੇ ਤੇ। ਲੇਕਿਨ ਮੇਰੇ ਮੰਨਣ ਵਿੱਚ ਇਹ ਗੱਲ ਆਉਂਦੀ ਏ, ਇਹ ਸਭ ਕੁਝ ਹੀ ਕਰਮ ਕਾਂਡ ਹੈ। ਸਭ ਕੁਝ ਹੀ ਕਰਮ ਕਾਂਡ ਏ, ਸਵਾਏ ਵਾਹਿਗੁਰੂ ਜੀ ਦਾ ਨਾਮ ਸਿਮਰਨ, ਮਾਨਵਤਾ ਦੀ ਸੇਵਾ, ਚੰਗੇ ਕਰਮ ਕਰਨਾ, ਇਹਨਾਂ ਨੂੰ ਛੱਡ ਕੇ ਬਾਕੀ ਸਭ ਕੁਝ ਕਰਮ ਕਾਂਡ। ਫਿਰ ਤੁਸੀਂ ਆਖੋਗੇ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਜਾਣਾ ਕਾਹਦੇ ਲਈ ਏ? ਨਹੀਂ ਜੀ, ਜ਼ਰੂਰ ਜਾਣਾ ਚਾਹੀਦਾ ਹੈ। ਉੱਥੇ ਅਸੀਂ ਸਤ ਸੰਗਤ ਕਰਨ ਜਾਣਾ ਹੈ, ਨਾ ਕਿ ਉੱਥੇ ਮੱਥਾ ਟੇਕਣ ਜਾਣਾ ਹੈ, ਨਾ ਕਿ ਉੱਥੇ ਪੈਸੇ ਚੜਾਉਣ ਜਾਣਾ ਹੈ, ਨਾ ਕਿ ਉੱਥੇ ਰੋਟੀਆਂ ਲੰਗਰ ਛਕਣ ਜਾਣਾ ਹੈ। ਉੱਥੇ ਅਸੀਂ ਜਾਣਾ ਸਤ ਸੰਗਤ ਕਰਨ। ਉਹ ਸਾਡੀ ਇੱਕ ਗੁਰਮਤਿ ਦੀ ਕਲਾਸ ਹੈ,
ਜਿਵੇਂ ਇੱਥੇ ਆਪਾਂ ਹੁਣ ਬੈਠੇ ਹਾਂ, ਇਸੇ ਤਰ੍ਹਾਂ ਅਸੀਂ ਗੁਰਦੁਆਰੇ 'ਚ ਬੈਠਣਾ ਹੈ, ਮਿਲ ਕੇ ਬੈਠਣਾ ਹੈ, ਸਤ ਸੰਗਤ ਕਰਨੀ ਹੈ, ਉੱਥੇ ਰਾਮ ਦੇ ਨਾਮ ਦੀ ਵਿਚਾਰ ਕਰਨੀ ਹੈ। ਬਸ ਆਹ ਹੈ ਮਕਸਦ ਗੁਰਦੁਆਰੇ ਦਾ, ਰਾਮ ਦੇ ਨਾਮ ਦੀ ਵਿਚਾਰ ਕਰਨਾ, ਚੰਗਿਆਂ ਕਰਮਾਂ ਤੇ ਵਿਚਾਰਾਂ ਕਰਨੀਆਂ, ਮਾੜਿਆਂ ਦਾ ਤਿਆਗ ਕਰਨ ਦੀਆਂ ਵਿਚਾਰਾਂ ਕਰਨੀਆਂ। ਬਸ ਇਹ ਜਿਹੜੇ ਲੋਕ ਇਸ ਤਰ੍ਹਾਂ, ਇਹਨੂੰ ਕਹਿੰਦੇ ਨੇ ਮਨਨ ਕਰਨਾ। ਜਿਹੜੇ ਇਸ ਤਰ੍ਹਾਂ ਕਰਦੇ ਨੇ ਸਦਾ ਸਦਾ ਜਾਨੋ ਤੇ ਸੁਖੀ, ਉਹ ਸੁਖੀ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਕੋਈ ਦੁੱਖ ਕਲੇਸ਼ ਨਹੀਂ ਰਹਿ ਜਾਂਦਾ। ਅੱਗੇ ਗੁਰੂ ਜੀ ਨੇ ਆਖਿਆ, ਏਕੋ ਏਕ ਏਕ ਪਛਾਨੈ, ਇਤ ਉਤ ਕੀ ਉਹ ਸੋਝੀ ਜਾਣੈ। ਇੱਥੇ ਹੁਣ ਗੱਲ ਹੈ ਅੰਤਰਯਾਮਤਾ ਦੀ। ਆਪਾਂ ਕਈ ਵਾਰੀ ਸਵਾਲ ਕਰਦੇ ਹਾਂ ਕਿ ਗੁਰੂ ਜੀ ਅੰਤਰਯਾਮੀ ਸਨ। ਜੇ ਅੰਤਰਯਾਮੀ ਸਨ ਤੇ ਉਹਨਾਂ ਨੇ ਇਸ ਤਰ੍ਹਾਂ ਕਿਉਂ ਨਾ ਕਰਤਾ, ਉਸ ਤਰ੍ਹਾਂ ਕਿਉਂ ਨਾ ਕਰਤਾ। ਜੇ ਅੰਤਰਯਾਮੀ ਸੀ, ਉਹਨਾਂ ਨੂੰ ਪਤਾ ਹੀ ਵੀ ਉਹ ਸਰਸਾ ਚੜ੍ਹੀ ਅੱਗੇ ਤੇ ਵਿੱਚ ਬਹੁਤ ਸਾਰੇ ਸਿੰਘ ਰੁੜ ਜਾਣਗੇ, ਤੇ ਉਹ ਆਨੰਦਪੁਰ ਦਾ ਕਿਲ੍ਹਾ ਹੀ ਕਿਉਂ ਛੱਡਿਆ। ਹੈ ਨਾ। ਅਸੀਂ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਬਹੁਤ ਵਾਰੀ ਕਰਦੇ ਹਾਂ। ਮੈਂ ਵੀ ਕਰਦਾ, ਤੁਸੀਂ ਵੀ, ਸਾਰੇ ਲੋਕ ਹੀ ਕਰਦੇ ਨੇ। ਅਸੀਂ ਇਸ ਨੂੰ ਤਰਕ ਦਾ ਨਾਂ ਦਿੱਤਾ ਹੋਇਆ ਹੈ। ਇਹ ਕੋਈ ਤਰਕ ਨਹੀਂ ਹੈ ਜੀ, ਇਹ ਬੇਤੁਕੀਆਂ ਗੱਲਾਂ ਨੇ, ਇਹ ਤਰਕ ਨਹੀਂ ਹੁੰਦਾ। ਇੱਥੇ ਅੰਤਰਯਾਮਤਾ ਦੀ ਗੱਲ ਗੁਰੂ ਜੀ ਕਰਦੇ ਨੇ। ਅੰਤਰਯਾਮੀ ਕੌਣ ਹੁੰਦਾ ਹੈ? ਏਕੋ ਏਕ ਏਕ ਪਛਾਨੈ, ਜਿਹੜਾ ਕੇਵਲ ਤੇ ਕੇਵਲ ਇੱਕ ਨੂੰ ਪਹਿਚਾਨ ਲੈਂਦਾ ਹੈ, ਉਹ ਅੰਤਰਯਾਮੀ ਹੋ ਜਾਂਦਾ ਹੈ। ਅਸੀਂ ਅਜੇ ਜੀ ਇੱਕ ਨੂੰ ਨਹੀਂ ਪਹਿਚਾਨ ਪਾਏ। ਮੈਂ ਆਪਣੀ ਗੱਲ ਕਰਦਾ, ਇੱਕ ਨੂੰ ਅਜੇ ਨਹੀਂ ਪਹਿਚਾਨ ਪਾਏ। ਅਜੇ ਯਤਨ ਹੈ, ਅਜੇ ਕੋਸ਼ਿਸ਼ ਹੈ ਕਿ ਇੱਕ ਨੂੰ ਪਹਿਚਾਣੀਏ। ਇੱਕ ਤੋਂ ਬਿਨਾਂ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਅਜੇ ਉਹ ਇੱਕ ਤੱਕ ਸੁਰਤ ਟਿਕਦੀ ਨਹੀਂ। ਅਜੇ ਵਿੱਚ ਬਹੁਤ ਕੁਝ ਹੋਰ ਆਉਂਦਾ ਹੈ। ਕਦੀ ਵਿੱਚ ਗੁਰੂ ਆਉਂਦੇ ਨੇ, ਕਦੀ ਵਿੱਚ ਸੰਤ ਆਉਂਦੇ ਨੇ, ਕਦੀ ਵਿੱਚ ਗੁਰਦੁਆਰਾ ਆਉਂਦਾ ਹੈ, ਕਦੀ ਵਿੱਚ ਮੰਦਰ ਆਉਂਦਾ ਹੈ, ਕਦੀ ਵਿੱਚ ਮੂਰਤੀਆਂ ਆਣ ਖਲੋਂਦੀਆਂ ਨੇ, ਕਦੀ ਧੂਫ ਬੱਤੀ ਆ ਜਾਂਦੀ ਹੈ, ਕਦੀ ਉਹਦੇ ਗਲ 'ਚ ਫੁੱਲਾਂ ਦੀ ਮਾਲਾ ਪਾਉਣੀ, ਉਹ ਆਣ ਵੜਦਾ ਸਾਡੇ ਦਿਮਾਗ ਵਿੱਚ। ਇੱਕ ਕਿੱਥੇ ਆ ਜੇ? ਇੱਕ ਜੇ ਬਹੁਤ ਦੂਰ ਹੈ ਜੀ। ਅਸੀਂ ਇੱਕ ਤੋਂ ਬੜੀ ਦੂਰ ਬੈਠੇ ਹਾਂ। ਸਾਨੂੰ ਗੁਰੂ ਜੀ ਬਾਰ-ਬਾਰ ਇੱਕ, ਵੇਖੋ ਹੁਣ ਜਿਹੜਾ ਮੁੱਢਲਾ ਨੰਬਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ ਨੰਬਰ ਹੀ ਇੱਕ ਇਸ ਲਈ ਪਾਇਆ ਗਿਆ ਹੈ ਕਿ ਤੁਸੀਂ ਇਸ ਇੱਕ ਨੂੰ ਪਕੜੋ। ਤੇ ਅਸੀਂ ਕਿੰਨਿਆਂ ਨੂੰ ਪਕੜਿਆ? ਗੁਰੂ ਜੀ ਨੇ ਕਿਤੇ ਨਹੀਂ ਬਾਣੀ ਵਿੱਚ ਆਖਿਆ ਕਿ ਤੁਸੀਂ ਮੇਰੇ ਚਰਨਾਂ ਤੇ ਆ ਕੇ ਮੱਥਾ ਟੇਕਿਆ ਕਰੋ। ਸੱਚਾਈ ਤੇ ਜੀ ਇਹੋ ਹੀ ਹੈ। ਉਂਝ ਕਈ ਵਾਰੀ ਨਾ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ, ਤੇ ਚਲੋ ਕੋਈ ਨਹੀਂ, ਸੱਚ ਤੇ ਆਖਣਾ ਹੀ ਚਾਹੀਦਾ ਹੈ। ਗੁਰੂ ਜੀ ਨੇ ਕਿਤੇ ਵੀ ਐਸਾ ਨਹੀਂ ਲਿਖਿਆ। ਗੁਰੂ ਜੀ ਨੇ ਕਿਤੇ ਨਹੀਂ ਆਖਿਆ ਕਿ ਮੇਰੇ ਸਾਹਮਣੇ ਗੋਲਕ ਲਿਆ ਕੇ ਰੱਖ ਲਿਆ ਜੇ, ਇਹਦੇ 'ਚ ਪੈਸੇ ਪਾਇਆ ਕਰਿਆ ਜੇ। ਮੈਨੂੰ ਪਤਾ ਹੈ ਪੈਸਿਆਂ ਦੀ ਲੋੜ ਏ, ਪੈਸਿਆਂ ਨਾਲ ਹੀ ਸੰਸਥਾਵਾਂ ਚੱਲਦੀਆਂ ਨੇ, ਪਰ ਉਹਦਾ ਕੋਈ ਤਰੀਕਾ ਹੋਰ ਅਪਣਾਇਆ ਜਾ ਸਕਦਾ ਹੈ। ਬਹੁਤ ਸਾਰੇ ਤਰੀਕੇ ਨੇ ਉਹਦੇ। ਪਰ ਅਸੀਂ ਗੁਰੂ ਨੂੰ ਇੱਕ ਦੁਕਾਨ ਬਣਾ ਕੇ ਰੱਖ ਲਿਆ ਹੈ ਵੀ ਆਹ ਸਾਡੀ ਦੁਕਾਨ ਹੈ, ਇੱਥੇ ਆਹ ਸੌਦਾ ਵਿਕਦਾ ਹੈ, ਇੱਥੇ ਤੁਸੀਂ ਲਿਆ ਕੇ ਪੈਸੇ ਪਾਓ ਤੇ ਸੌਦਾ ਖਰੀਦੋ ਤੇ ਘਰਾਂ ਨੂੰ ਜਾਓ। ਅਸੀਂ ਕਿੱਥੇ ਇੱਕ ਨੂੰ ਪਹਿਚਾਣਿਆ ਜੀ? ਜਿੱਦਣ ਇੱਕ ਨੂੰ ਪਹਿਚਾਨ ਲਿਆ, ਉਦਣ ਇਹ ਸਾਰੇ ਵਿਤਕਰੇ ਮੁੱਕ ਜਾਣੇ ਨੇ। ਸਭ ਪਖੰਡ ਕਰਮ ਕਾਂਡ ਸਭ ਵਿੱਚੋਂ ਦੇਖੋ ਭਾਈ, ਗਿਆਨ ਕੀ ਆਈ ਆਂਦੀ। ਉਹ ਗਿਆਨ ਦੀ ਜਿੱਦਣ ਹਨੇਰੀ ਆ ਗਈ ਕਿ ਸਾਹਿਬ ਮੇਰਾ ਇੱਕੋ ਹੈ, ਆਹ ਕਰਮ ਕਾਂਡ ਕਿੱਥੇ ਰਹਿਣਗੇ ਫਿਰ? ਸੋ ਜਿਸ ਦਿਨ ਅਸੀਂ ਇੱਕ ਨੂੰ ਪਹਿਚਾਨ ਲਿਆ, ਜਿਸ ਬੰਦੇ ਨੇ ਪਹਿਚਾਨ ਲਿਆ, ਇਤ ਉਤ ਕੀ ਉਹ ਸੋਝੀ ਜਾਣੈ, ਇਹ ਹੈ ਅੰਤਰਯਾਮਤਾ। ਇਤ ਉਤ ਦਾ ਮਤਲਬ ਇਹ ਲੋਕ ਤੇ ਪਰਲੋਕ, ਦੋਹਾਂ ਲੋਕਾਂ ਦੀ ਸੋਝੀ ਆ ਜਾਣੀ ਉਸ ਬੰਦੇ ਨੂੰ ਜਿਹਨੇ ਇੱਕ ਨੂੰ ਪਹਿਚਾਨ ਲਿਆ। ਤੇ ਇੱਕ ਦਿਨ ਇੱਕ ਸੱਜਣ ਨੇ ਮੈਨੂੰ ਸਵਾਲ ਕੀਤਾ ਜੀ। ਉਹ ਆਂਦੇ ਨੇ ਵੀ ਸੱਚਮੁੱਚ ਹੀ ਜੇ ਗੁਰੂ ਸਾਹਿਬ ਅੰਤਰਯਾਮੀ ਸਨ ਤੇ ਉਹਨਾਂ ਨੇ ਇਹ ਸਭ ਕਿਉਂ ਕੀਤਾ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਉਹਨਾਂ ਕੀਤੀ ਸੀ, ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਮੁਕਤਸਰ ਦੀ ਲੜਾਈ ਤੱਕ, ਵੀ ਜੇ ਸੱਚਮੁੱਚ ਉਹ ਅੰਤਰਯਾਮੀ ਸਨ ਤੇ ਇਹ ਸਭ ਕਰਨ ਦੀ ਕੀ ਲੋੜ ਸੀ? ਉਹ ਨਾ ਆਨੰਦਪੁਰ ਛੱਡਦੇ, ਨਾ ਸਾਹਿਬਜ਼ਾਦੇ ਸ਼ਹੀਦ ਹੁੰਦੇ, ਨਾ ਜੰਗਾਂ ਵਿੱਚ ਵੜਨਾ ਪੈਂਦਾ। ਤੇ ਮੈਨੂੰ ਤੇ ਪਤਾ ਨਹੀਂ ਜੀ ਇਸ ਗੱਲ ਦਾ ਕਿ ਉਹਨਾਂ ਨੇ ਉਹ ਕਿਉਂ ਸਭ ਕੀਤਾ, ਉਹ ਤੇ ਉਹ ਹੀ ਜਾਣਨ।
ਪਰ ਜਿਹੜੀ ਮੇਰੇ ਮਨ 'ਚ ਗੱਲ ਆਈ ਮੈਂ ਉਸ ਬੰਦੇ ਨੂੰ ਆਖ ਦਿੱਤੀ। ਮੈਂ ਕਿਹਾ ਮੇਰੇ ਮਨ 'ਚ ਇਹ ਗੱਲ ਆਉਂਦੀ ਏ ਕਿ ਜਿਹੜਾ ਬੰਦਾ ਉਸ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਪਸੰਦ ਕਰਦਾ ਹੈ। ਤੇ ਇਹੋ ਜਿਹੇ ਬੰਦੇ ਦੇ ਰਾਹੀਂ, ਇਹੋ ਜਿਹੇ ਵਿਅਕਤੀ ਦੀ ਰਾਹੀਂ, ਇਹੋ ਜਿਹੇ ਗੁਰੂ ਮਹਾਂਪੁਰਸ਼ ਦੀ ਰਾਹੀਂ ਪਰਮਾਤਮਾ ਸੰਸਾਰ ਦੇ ਵਿੱਚ ਕੋਈ ਉਦਾਹਰਨ ਸੈੱਟ ਕਰਨਾ ਚਾਹੁੰਦਾ, ਐਗਜ਼ਾਮਪਲ ਸੈੱਟ ਕਰਨਾ ਚਾਹੁੰਦਾ ਸਾਡੇ ਮਾਨਵਤਾ ਲਈ, ਕਿ ਆਪਣੇ ਧਰਮ ਵਾਸਤੇ ਯਾਨੀ ਸੱਚਾਈ ਵਾਸਤੇ, ਆਪਣਿਆਂ ਹੱਕਾਂ ਵਾਸਤੇ, ਜ਼ੁਲਮ ਦੇ ਖਿਲਾਫ ਜੇ ਕਿਸੇ ਨੂੰ ਸਰਬੰਸ ਵੀ ਵਾਰਨਾ ਪਏ ਤੇ ਉਹਨੂੰ ਜ਼ੁਲਮ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ। ਇਹ ਉਦਾਹਰਨ ਸੈੱਟ ਕਰਨ ਵਾਸਤੇ ਉਹਨਾਂ ਨੇ ਇਹ ਸਭ ਕੁਝ ਕੀਤਾ। ਉਹ ਅੰਤਰਯਾਮੀ ਤੇ ਸਨ, ਉਹ ਇੱਥੋਂ ਤੇ ਉੱਥੋਂ ਦੀ ਸਾਰੀ ਸੋਝੀ ਸੀ ਉਹਨਾਂ ਨੂੰ, ਪਰ ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਜ਼ਿੰਦਗੀ ਵਿੱਚ ਉਹਨਾਂ ਨੇ, 10 ਗੁਰੂ ਸਾਹਿਬਾਨ ਨੇ, ਹੋਰ ਮਹਾਂਪੁਰਸ਼ਾਂ ਨੇ, ਕਬੀਰ ਸਾਹਿਬ, ਨਾਮਦੇਵ, ਜਦੋਂ ਉਹਨਾਂ ਨੂੰ ਮਰਨ ਮਾਰਨ ਤੱਕ ਦੀਆਂ ਗੱਲਾਂ ਪਹੁੰਚੀਆਂ ਨੇ ਤੇ ਉਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਚਾਹੇ ਉਹਨਾਂ ਤੇ ਹਾਥੀ ਚੜ੍ਹਾਏ ਗਏ, ਚਾਹੇ ਉਹਨਾਂ ਨੂੰ ਗੰਗਾ ਵਿੱਚ ਸੁੱਟਿਆ ਗਿਆ, ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਵੀ ਮਰਨਾ ਮਨਜ਼ੂਰ ਏ, ਸੱਚ ਤੋਂ ਪਰੇ ਨਹੀਂ ਹਟਣਾ। ਇਹ ਹੈ ਇਹ ਤੁੱਤ ਕੀ ਉਹ ਸੋਝੀ ਜਾਣੈ। ਉਸ ਨੂੰ ਸਮਝ ਪੈ ਜਾਂਦੀ ਹੈ ਵੀ ਇਹ ਸਭ ਹੈ ਕੀ, ਇਹ ਸੰਸਾਰ ਦੀ ਖੇਡ ਕੀ ਏ ਤੇ ਉਹਦੇ ਵਿੱਚ ਸੱਚਾਈ ਕੀ ਏ। ਉਹ ਸੱਚਾਈ ਹੈ ਕੇਵਲ ਤੇ ਕੇਵਲ ਇੱਕ। ਉਸ ਇੱਕ ਨਾਲ ਜਿਹੜੇ ਲੋਕ ਜੁੜ ਜਾਂਦੇ ਨੇ, ਉਹ ਸਰੀਰ ਨੂੰ ਤੇ ਇੱਕ ਮਿੱਟੀ ਦਾ ਠੀਕਰਾ ਸਮਝਦੇ ਨੇ, ਭੱਜਦਾ ਤੇ ਭੱਜ ਜੇ, ਇਹਦਾ ਕੀ ਏ। ਸੋ ਆਹ ਗੱਲ ਇੱਥੇ ਦੱਸੀ ਗੁਰੂ ਮਹਾਰਾਜ ਜੀ ਨੇ। ਅੱਗੇ ਆਖਿਆ ਇਸ ਤੀਸਰੇ ਬੰਦ ਦੇ ਅਖੀਰ ਵਿੱਚ, ਨਾਮ ਸੰਗ ਜਿਸ ਕਾ ਮਨ ਮਾਨਿਆ। ਜਿਸ ਕਿਸੇ ਵਿਅਕਤੀ ਦਾ ਮਨ ਨਾਮ ਵਿੱਚ ਪਤੀਜ ਜਾਏ, ਮਨ ਮਾਨਿਆ ਪਤੀਜ ਜਾਏ, ਮਨਨ ਹੋ ਜਾਏ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਉਹਨਾਂ ਹੀ ਪੁਰਸ਼ਾਂ ਨੇ ਨਿਰੰਜਨ, ਇਹ 2 ਸ਼ਬਦਾਂ ਤੋਂ ਬਣਿਆ ਹੋਇਆ ਜੀ, ਨਿਰਜਮਾ ਅੰਜਨ। ਅੰਜਨ ਮੈਨਾ ਹੁੰਦਾ ਮੈਲ, ਕਾਲਖ, ਸੁਰਮਾ ਵੀ ਆਖਦੇ ਨੇ, ਸੁਰਮਾ ਵੀ ਕਾਲਖ ਹੀ ਹੁੰਦੀ ਹੈ। ਯਾਨੀ ਉਹ ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੀ ਕਾਲਖ ਤੋਂ ਜਿਹੜਾ ਰਹਿਤ ਹੈ ਵਾਹਿਗੁਰੂ, ਉਸ ਨੂੰ ਉਹ ਲੋਕ ਜਾਣ ਲੈਂਦੇ ਨੇ, ਸਮਝ ਲੈਂਦੇ ਨੇ, ਜਿਨ੍ਹਾਂ ਦਾ ਨਾਮ ਸੰਗ ਮਨ ਮੰਨ ਜਾਏ, ਪਤੀਜ ਜਾਏ, ਮਨ ਪੂਰਨ ਤੌਰ 'ਤੇ ਇਸ ਗੱਲ ਨੂੰ ਅਪਣਾ ਲਵੇ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਬਾਕੀ ਸਭ ਝੂਠ ਹੈ ਸੰਸਾਰ ਦੇ ਅੰਦਰ। ਤੇ ਵਾਹਿਗੁਰੂ ਜੀ ਦਾ ਨਾਮ ਕੀ ਹੈ, ਉਹ ਆਪਾਂ ਉੱਤੇ ਸਮਝ ਲਿਆ ਹੈ। ਵਾਹਿਗੁਰੂ ਜੀ ਦਾ ਨਾਮ ਹੈ ਅਨਹਦ। ਜਿੱਥੋਂ ਇਹ ਸ੍ਰਿਸ਼ਟੀ ਦੀ ਰਚਨਾ ਰਚੀ ਗਈ, ਜਿੱਥੋਂ ਇਹ ਸਭ ਕੁਝ ਹੋਂਦ ਵਿੱਚ ਆਇਆ, ਉਹੀ ਉਹਦਾ ਨਾਮ ਹੈ। ਸੱਚਾ ਨਾਮ ਉਹਦਾ ਉਹੀ ਹੈ, ਉਹਦੀ ਹੋਂਦ ਹੀ ਉਹਦਾ ਸੱਚਾ ਨਾਮ ਹੈ। ਉਹਦੇ ਨਾਲ ਜੁੜਨਾ, ਜਿਹੜੇ ਜੁੜ ਜਾਂਦੇ ਨੇ ਉਹ ਉਸ ਨਿਰੰਜਨ ਵਾਹਿਗੁਰੂ ਜੀ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਤੇ ਫਿਰ ਉਹਦੇ ਵਿੱਚ ਆਪਣਾ ਮਨ ਉਹ ਜੋੜੀ ਰੱਖਦੇ ਨੇ। ਸੋ ਜੀ ਆਪਾਂ ਬੰਦ ਨੰਬਰ 3 ਸਮਝ ਲਿਆ ਹੈ। ਇਹਦੇ ਵਿੱਚ ਗੁਰੂ ਜੀ ਨੇ ਆਖਿਆ ਹੈ ਕਿ ਜਿਹੜੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਉਹ ਲੋਕ ਵੱਡਿਆਂ ਭਾਗਾਂ ਵਾਲੇ ਨੇ। ਜਿਹੜੇ ਵਾਹਿਗੁਰੂ ਜੀ ਦੀ ਨਾਮ ਦੀ ਵਿਚਾਰ ਕਰਦੇ ਨੇ, ਸਹੀ ਅਰਥਾਂ ਵਿੱਚ ਉਹ ਅਮੀਰ ਲੋਕ ਨੇ, ਧਨਵੰਤ ਹਨ। ਜਿਹੜੇ ਮਨ ਤਨ ਤੇ ਮੁਖ ਕਰਕੇ ਬੋਲਦੇ ਨੇ ਵਾਹਿਗੁਰੂ, ਰੱਬ ਦਾ ਨਾਮ ਜਪਦੇ ਨੇ, ਸੰਸਾਰ ਵਿੱਚ ਉਹੀ ਸੁਖੀ ਲੋਕ ਨੇ। ਜਿਹੜੇ ਇੱਕ ਵਾਹਿਗੁਰੂ ਜੀ ਨੂੰ ਪਹਿਚਾਨ ਲੈਂਦੇ ਨੇ, ਉਹਨਾਂ ਨੂੰ ਇਸ ਲੋਕ ਤੇ ਪਰਲੋਕ ਦੀ ਸੋਝੀ ਹੋ ਜਾਂਦੀ ਹੈ। ਜਿਨ੍ਹਾਂ ਦਾ ਮਨ ਪਤੀਜ ਜਾਂਦਾ ਹੈ ਨਾਮ ਵਿੱਚ, ਵਾਹਿਗੁਰੂ ਜੀ ਦੇ ਸਿਮਰਨ ਵਿੱਚ, ਉਹ ਉਸ ਵਾਹਿਗੁਰੂ ਜੀ ਨੂੰ ਜਾਣ ਲੈਂਦੇ ਨੇ, ਪਹਿਚਾਨ ਲੈਂਦੇ ਨੇ, ਸਮਝ ਲੈਂਦੇ ਨੇ। ਉਹਦੇ ਨਾਲ ਉਹਨਾਂ ਦੀ ਇੱਕ ਮਿਕਤਾ ਬਣ ਜਾਂਦੀ ਹੈ। ਅੱਗੇ ਜੀ ਆਪਾਂ ਬੰਦ ਨੰਬਰ 4 ਸ਼ੁਰੂ ਕਰਦੇ ਹਾਂ। ਮੈਂ ਨਾ ਥੋੜ੍ਹਾ ਜਿਹਾ ਛੇਤੀ ਕਰਨਾ ਵਾ, ਕਿਉਂਕਿ ਤੁਸੀਂ ਹੁਕਮ ਕੀਤਾ ਕਿ 2 ਬੰਦ ਕਰਿਆ ਕਰਨੇ ਨੇ। ਇਸ ਲਈ ਮੈਨੂੰ ਥੋੜ੍ਹਾ ਜਿਹਾ ਹੁੰਦਾ ਕਿ ਬਹੁਤਾ ਲੰਬਾ ਟਾਈਮ ਨਾ ਮੈਂ ਤੁਹਾਡਾ ਲਾ ਦਿਆਂ, ਅਤੇ ਫਿਰ ਮੈਨੂੰ ਕਈ ਚੀਜ਼ਾਂ ਵਿੱਚੋਂ ਛੱਡਣੀਆਂ ਹੀ ਪੈ ਜਾਂਦੀਆਂ ਨੇ। ਪਰ ਚਲੋ, ਜਿਵੇਂ ਤੁਸੀਂ ਖੁਸ਼ ਹੋ ਮੈਂ ਉਸੇ ਵਿੱਚ ਹੀ ਖੁਸ਼ ਹਾਂ। ਗੁਰੂ ਜੀ ਆਖਦੇ ਨੇ ਚੌਥੇ ਬੰਦ ਵਿੱਚ, ਗੁਰਪ੍ਰਸਾਦ ਆਪਣੇ ਆਪ ਸੁਝੈ। ਹੁਣ ਜਦੋਂ ਮੈਂ ਆਪਣੇ ਆਪ ਦੀ ਵਿਚਾਰ ਕਰਦਾ ਸਾਂ, ਤੁਸੀਂ ਵੀ ਅੱਜ ਕਰਨਾ ਜੀ ਸਾਰੇ ਜਣੇ, ਜਦੋਂ ਸ਼ਾਮ ਨੂੰ ਬੈਠੋਗੇ ਇਕੱਲੇ ਜਾਂ ਸਵੇਰੇ ਉੱਠ ਕੇ ਬੈਠੋਗੇ, ਤੇ ਆਪਣੇ ਆਪੇ ਦੀ ਵਿਚਾਰ ਕਰਕੇ ਵੇਖਣਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ,
ਹੈ ਨਾ। ਇਹ ਹੈ ਆਪਣੇ ਆਪੇ ਦੀ ਵਿਚਾਰ ਕਰਨਾ। ਅਤੇ ਤੁਸੀਂ ਪਾਓਗੇ ਪਹਿਲਾਂ ਤੁਹਾਡੇ ਅੱਗੇ ਤੁਹਾਡੇ ਨਾਂ ਆਉਣਗੇ, ਤੁਹਾਡਾ ਸਰੀਰ ਆਏਗਾ, ਤੁਹਾਡੇ ਮਾਤਾ ਪਿਤਾ ਆਉਣਗੇ, ਹੋਰ ਬਹੁਤ ਸਾਰੀਆਂ ਚੀਜ਼ਾਂ ਆਉਣੀਆਂ ਨੇ। ਉਹ ਸਾਰੀਆਂ ਪਰੇ ਕਰਦੇ ਜਾਣਾ, ਮੈਂ ਆ ਵੀ ਨਹੀਂ, ਮੈਂ ਆ ਵੀ ਨਹੀਂ, ਮੈਂ ਆ ਵੀ ਨਹੀਂ। ਕਿਉਂਕਿ ਜੇ ਮੈਂ ਸਰੀਰ ਹਾਂ ਅਤੇ ਮੈਂ ਸਰੀਰ ਤੋਂ ਪਹਿਲਾਂ ਕਿੱਥੇ ਸਾਂ ਅਤੇ ਕੀ ਸਾਂ। ਜੇ ਮੈਂ ਸਰੀਰ ਹਾਂ ਅਤੇ ਸਰੀਰ ਛੱਡਣ ਤੋਂ ਬਾਅਦ ਮੈਂ ਕੀ ਹੋਣਾ ਹੈ, ਕੀ ਸਰੀਰ ਹੀ ਹੋਵਾਂਗਾ ਫਿਰ ਵੀ। ਸੋ ਆਪਣੇ ਆਪੇ 'ਤੇ ਵਿਚਾਰ ਤੁਸੀਂ ਕਰਨਾ ਜੀ, ਜ਼ਰੂਰ ਕਰਨਾ। ਆਪਾਂ ਜਿੰਨਾ ਚਿਰ ਆਪਣੇ ਆਪੇ 'ਤੇ ਵਿਚਾਰ ਨਹੀਂ ਕਰਾਂਗੇ, ਆਪਾਂ ਅੱਗੇ ਨਹੀਂ ਵੱਧ ਪਾਵਾਂਗੇ ਇੱਕ ਵਾਲੇ ਪਾਸੇ ਨੂੰ। ਇੱਕ ਵਾਲੇ ਪਾਸੇ ਨੂੰ ਵਧਣ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਆਪਣੇ ਆਪੇ ਦੀ ਵਿਚਾਰ ਕਰੀਏ, ਅਤੇ ਉਹ ਇੱਕ ਹੀ ਆਪਣਾ ਆਪਾ ਪਾਓਗੇ ਤੁਸੀਂ। ਫਿਰ ਆਪਣਾ ਆਪਾ ਅਤੇ ਇੱਕ ਵੱਖਰਾ ਵੱਖਰਾ ਨਹੀਂ ਲੱਭਣਾ, ਉਹ ਹੀ ਇੱਕ ਆਪਣਾ ਆਪਾ ਹੀ ਹੈ, ਅਤੇ ਆਪਣਾ ਆਪਾ ਉਹੋ ਹੀ ਇੱਕ ਹੈ। ਲੇਕਿਨ ਇਹ ਸੁੱਝਦਾ ਹੈ ਗੁਰਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ। ਅਤੇ ਆ ਜਿਹੜੀ ਹੁਣ ਅਸੀਂ ਗੱਲ ਕਰਨੇ ਆ ਨਾ ਪੈ ਜੀ, ਗੁਰੂ ਮਹਾਰਾਜ ਦੀ ਬਾਣੀ ਦੇ ਆਧਾਰ 'ਤੇ, ਇਹੋ ਹੀ ਗੁਰੂ ਦੀ ਕਿਰਪਾ ਹੈ। ਕਦੀ ਇਹ ਵੀ ਨਾ ਸੋਚਣਾ ਵੀ ਕਦੀ ਗੁਰੂ ਆਏਗਾ, ਸਾਡੇ ਸਿਰ 'ਤੇ ਹੱਥ ਰੱਖੇਗਾ ਅਤੇ ਸਾਨੂੰ ਆਖੇਗਾ ਬੱਚੇ ਮੈਂ ਤੇਰੇ 'ਤੇ ਹੁਣ ਕਿਰਪਾ ਕਰਤੀ, ਹੁਣ ਤੈਨੂੰ ਆਪਣਾ ਆਪਾ ਸੁੱਝ ਜਾਏਗਾ। ਜ਼ਿੰਦਗੀ ਪੂਰੀ 'ਚ ਐਸਾ ਕੁਝ ਨਹੀਂ ਜੀ ਹੋਣ ਵਾਲਾ, ਇਹ ਭਰਮ ਭੁਲੇਖੇ ਕੱਢ ਦਿਓ। ਆਹੋ ਹੀ ਗੁਰੂ ਦੀ ਕਿਰਪਾ ਹੈ ਕਿ ਸਾਨੂੰ ਸਤ ਸੰਗਤ ਮਿਲੀ, ਅਤੇ ਸਤ ਸੰਗਤ ਵਿੱਚ ਅਸੀਂ ਗੁਰੂ ਜੀ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਹਾਂ ਜਿੰਨੀ ਕੁ ਸਮਝ ਆ ਰਹੀ ਹੈ। ਇਹ ਨਹੀਂ ਕਿ ਇੱਥੇ ਹੀ ਬਸ ਹੈ, ਇਹ ਬੜਾ ਡੂੰਘਾ ਸਿਲਸਿਲਾ ਹੈ। ਗੁਰਬਾਣੀ ਦਾ ਇੱਕ ਇੱਕ ਸ਼ਬਦ, ਇੱਕ ਦਿਨ ਮੈਂ ਸੋਚਦਾ ਹਾਂ ਕਿ ਜੇ ਅਸੀਂ ਇੱਕੋ ਸ਼ਬਦ ਉੱਤੇ ਸਾਰੀ ਜ਼ਿੰਦਗੀ ਲਗਾ ਦਈਏ ਅਤੇ ਉਹਦੇ ਆਧਾਰ 'ਤੇ ਜੀਵਨ ਜਿਉਣਾ ਸ਼ੁਰੂ ਕਰੀਏ, ਤਾਂ ਇੱਕ ਸ਼ਬਦ ਵੀ ਅਸੀਂ ਉਹਨੂੰ ਪੂਰਾ ਗਹਿਰਾਈ ਤੱਕ ਨਹੀਂ ਪਕੜ ਪਾਵਾਂਗੇ। ਇੰਨਾ ਡੂੰਘਾ ਇਹ ਹੈਗਾ ਇਹਦਾ ਸਿਧਾਂਤ ਜਿਹੜਾ ਗੁਰਬਾਣੀ ਦਾ। ਸੋ ਆਪਣਾ ਆਪਾ ਹੁੰਦਾ ਜੀ ਸਵੈ ਸਵਰੂਪ, ਸਵੈ ਸਵਰੂਪ, ਅਤੇ ਸਵੈ ਸਵਰੂਪ ਹੈ ਪਰਮਾਤਮਾ, ਉਹੋ ਹੀ ਆਪਣਾ ਆਪਾ ਹੈ। ਅਤੇ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਸਦਕਾ ਆਪਣੇ ਆਪੇ ਦੀ ਸੋਝੀ ਆ ਜਾਂਦੀ ਏ, ਤਿਸ ਕੀ ਜਾਣੋ ਤ੍ਰਿਸ਼ਨਾ ਬੁੱਝ ਹੈ। ਸਮਝ ਲਵੋ ਉਸ ਬੰਦੇ ਦੀ ਭੁੱਖ ਮਿਟ ਜਾਂਦੀ ਏ। ਜਿੰਨਾ ਚਿਰ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਆਉਂਦੀ, ਓਨਾ ਚਿਰ ਸਾਡੀ ਇਹ ਵਿਕਾਰਾਂ ਵੱਲੋਂ, ਧਨ ਪਦਾਰਥ ਵੱਲੋਂ, ਮਾਣ ਵਡਿਆਈ ਵੱਲੋਂ ਭੁੱਖ ਨਹੀਂ ਮਿਟਣੀ ਸਾਡੀ। ਸਾਨੂੰ ਇਹ ਸਭ ਕੁਝ ਚਾਹੀਦਾ। ਲੇਕਿਨ ਜਿਨ੍ਹਾਂ ਲੋਕਾਂ ਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਏ, ਉਹਨਾਂ ਨੂੰ ਇਹ ਕੁਝ ਵੀ ਨਹੀਂ ਚਾਹੀਦਾ ਹੁੰਦਾ। ਉਹ ਨਾ ਮਾਣ ਵਡਿਆਈ ਦੇ ਭੁੱਖੇ ਰਹਿ ਜਾਂਦੇ ਨੇ, ਉਹ ਨਾ ਧਨ ਪਦਾਰਥ ਦੇ ਭੁੱਖੇ ਰਹਿ ਜਾਂਦੇ ਨੇ, ਨਾ ਉਹਨਾਂ ਨੂੰ ਕੁਝ ਹੋਰ ਦੁਨੀਆ ਵਿੱਚੋਂ ਚਾਹੀਦਾ ਹੁੰਦਾ, ਕਿਉਂਕਿ ਉਹਨਾਂ ਨੂੰ ਇੱਕ ਉਹ ਹੀਰਾ ਮਿਲ ਗਿਆ ਹੁੰਦਾ ਹੈ। ਜਿਸ ਹੀਰੇ ਨੂੰ ਪਾ ਕੇ ਉਹ ਮਾਲਾ ਮਾਲ ਹੋ ਗਏ ਹੁੰਦੇ ਨੇ, ਅਤੇ ਹੁਣ ਉਹਨਾਂ ਨੇ ਕੌਡੀਆਂ ਦਾ ਕੀ ਕਰਨਾ ਹੈ? ਕੌਡੀਆਂ ਉਹਨਾਂ ਦੇ ਕਿਸ ਕੰਮ ਨੇ? ਇਹ ਸੱਚੀ ਸੰਸਾਰ ਦੀ ਮਾਇਆ ਸਿਰਫ ਕੌਡੀਆਂ ਹੀ ਹੈ। ਇਹ ਕੌਡੀਆਂ ਸਾਨੂੰ ਚਾਹੀਦੀਆਂ ਨੇ, ਇਹ ਨਹੀਂ ਕਿ ਚਾਹੀਦੀਆਂ ਨਹੀਂ ਹਨ। ਸੰਸਾਰਕ ਜੀਵਨ ਜਿਉਣ ਲਈ ਕੌਡੀਆਂ ਦੀ ਲੋੜ ਹੈ, ਪਰ ਸਾਨੂੰ ਇਹਨਾਂ ਦੀ ਤ੍ਰਿਸ਼ਨਾ ਲੱਗੀ ਹੋਈ ਹੈ। ਗੁਰੂ ਜੀ ਕਹਿੰਦੇ ਨੇ ਜਿੱਦਣ ਤੈਨੂੰ ਆਪਣਾ ਆਪਾ ਹੀਰਾ ਮਿਲ ਗਿਆ, ਉਦਣ ਤੇਰੀਆਂ ਸਾਰੀਆਂ ਭੁੱਖਾਂ ਮਿਟ ਜਾਣੀਆਂ ਨੇ। ਫਿਰ ਤੂੰ ਪਾਏਂਗਾ ਕਿ ਜਿਹੜੀ ਤੂੰ ਤ੍ਰਿਸ਼ਨਾ ਕਰਦਾ ਸੇ, ਮਾਰਿਆ ਮਾਰਿਆ ਫਿਰਦਾ ਸੇ ਤੂੰ ਦੁਨੀਆ ਦੇ ਵਿੱਚ, ਤੂੰ ਸਿਰ ਉੱਚਾ ਚੁੱਕ ਕੇ ਚੱਲੇਗਾ ਹੁਣ, ਕਿਉਂਕਿ ਤੇਰੀ ਤ੍ਰਿਸ਼ਨਾ ਮੁੱਕ ਗਈ। ਤੂੰ ਬੇਪਰਵਾਹੀ ਦੀ ਜ਼ਿੰਦਗੀ ਬਤੀਤ ਕਰੇਗਾ। ਫਿਰ ਅੱਗੇ ਬਚਨ ਕਰਦੇ ਨੇ ਗੁਰੂ ਜੀ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤਿਉ ਹਰ ਜਨ ਰਹਿਤ। ਜਿਹੜਾ ਸਾਧੂਆਂ ਦੀ ਸੰਗਤ ਵਿੱਚ ਆ ਕੇ, ਹੁਣ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਕਰ ਰਹੇ ਹਾਂ ਇਸ ਵਕਤ, ਉਹਨਾਂ ਦੀ ਸੰਗਤ ਵਿੱਚ ਆ ਕੇ ਜਿਹੜਾ ਬੰਦਾ ਹਰੀ ਦਾ ਜਸ ਕਹਿੰਦਾ ਹੈ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ, ਸਰਬ ਰੋਗ ਤਿਉ ਹਰ ਜਨ ਰਹਿਤ, ਉਹ ਵਾਹਿਗੁਰੂ ਜੀ ਦਾ ਬੰਦਾ, ਵਾਹਿਗੁਰੂ ਜੀ ਦਾ ਸੇਵਕ ਸਰਬ ਰੋਗ ਤੇ ਸਾਰੀਆਂ ਬਿਮਾਰੀਆਂ ਤੋਂ ਰਹਿਤ ਹੋ ਜਾਂਦਾ ਹੈ। ਨਾ ਉਹਨੂੰ ਮਾਨਸਿਕ ਦੁੱਖ ਰਹਿੰਦੇ ਨੇ, ਨਾ ਉਹਨੂੰ ਸਰੀਰਕ ਦੁੱਖ ਰਹਿੰਦੇ ਨੇ, ਅਤੇ ਨਾ ਉਹਨੂੰ ਕੁਦਰਤੀ ਆਫਤਾਂ ਜਿਹੜੀਆਂ ਨੇ ਉਹ ਪਰੇਸ਼ਾਨ ਕਰਦੀਆਂ ਨੇ, ਕਿਉਂਕਿ ਉਹਨੇ ਇੱਕ ਨੂੰ ਪਹਿਚਾਨ ਲਿਆ ਹੁੰਦਾ, ਉਹਦੀ ਤ੍ਰਿਸ਼ਨਾ ਮਿਟ ਗਈ ਹੁੰਦੀ ਹੈ।
ਸਰੀਰ ਨੂੰ ਕੋਈ ਰੋਗ ਲੱਗਾ ਤੇ ਲੱਗਾ ਰਵੇ, ਕੀ ਫਰਕ ਪੈਣਾ ਇਹਦੇ ਨਾਲ? ਇਹਨੇ ਕਿਹੜਾ ਸਦਾ ਰਹਿਣਾ, ਇਹਨੇ ਤੇ ਬਿਨਸ ਹੀ ਜਾਣਾ ਇੱਕ ਦਿਨ। ਸੋ ਇਸ ਲਈ ਉਹ ਇਹਦੀ ਪਰਵਾਹ ਨਹੀਂ ਕਰਦੇ ਸਰੀਰਕ ਰੋਗਾਂ ਦੀ। ਮਾਨਸਿਕ ਰੋਗਾਂ ਦੀ ਪਰਵਾਹ ਇਸ ਲਈ ਨਹੀਂ ਕਰਦੇ, ਜਿੰਨੇ ਮਰਜ਼ੀ ਮਾਨਸਿਕ ਰੋਗ ਆਉਣ, ਉਹ ਆਪਣੀ ਸੁਰਤ ਨੂੰ ਰੱਬ ਜੀ ਨਾਲ ਜੋੜੀ ਰੱਖਦੇ ਨੇ, ਉਹਨਾਂ ਨੂੰ ਇਹਦੀ ਪਰਵਾਹ ਨਹੀਂ ਰਹਿ ਜਾਂਦੀ। ਤੇ ਜਿਹੜੀਆਂ ਕੁਦਰਤੀ ਆਫਤਾਂ ਨੇ ਆਈ ਜਾਣ, ਉਹ ਰਜ਼ਾ ਵਿੱਚ ਰਾਜੀ ਰਹਿੰਦੇ ਨੇ। ਕਿੰਨਾ ਕਿੰਨਾ ਸੌਖਾ ਕਨਸੈਪਟ ਦਿੱਤਾ ਹੈ ਸਾਨੂੰ ਗੁਰੂ ਸਾਹਿਬ ਨੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਣ ਲਈ। ਵੀ ਆਹ 2-3 ਹੀ ਤੇ ਗੱਲਾਂ ਨੇ, ਤੁਸੀਂ ਇਸ ਤਰ੍ਹਾਂ ਕਰੋ ਤੇ ਇਹਨਾਂ ਸਭ ਰੋਗਾਂ ਸੋਗਾਂ ਤੋਂ, ਦੁੱਖਾਂ ਦਲਿੱਦਰਾਂ ਤੋਂ, ਨੀਂਦਰ ਆਲਸ ਤੋਂ ਤੁਸੀਂ ਬਚ ਜਾਓਗੇ ਤੇ ਵਾਹਿਗੁਰੂ ਜੀ ਦੇ ਦਰ ਤੇ ਤੁਸੀਂ ਪ੍ਰਵਾਨ ਹੋ ਜਾਓਗੇ। ਅੱਗੇ ਗੁਰੂ ਜੀ ਆਖਦੇ ਨੇ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਜਿਸ ਕਿਸੇ ਵਿਅਕਤੀ ਦੀ ਇੱਕ ਪਰਮਾਤਮਾ ਉੱਤੇ ਆਸ ਬੱਝ ਜਾਂਦੀ ਹੈ, ਉਹਦਾ ਮਨ ਵਾਹਿਗੁਰੂ ਜੀ ਨੂੰ ਛੱਡ ਕੇ ਹੁਣ ਕਿਤੇ ਨਹੀਂ ਜਾਂਦਾ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਨਾ ਜੀ, ਅਜੇ ਸਾਡੇ ਮਨ ਵਿੱਚ ਕਈ ਕੁਝ ਆਉਂਦਾ ਹੈ। ਉਹ ਜਿਹੜੀਆਂ ਚੀਜ਼ਾਂ ਸਾਡੇ ਮਨ 'ਚ ਆਉਂਦੀਆਂ ਨੇ, ਉਹ ਅਸਲ 'ਚ ਵਾਹਿਗੁਰੂ ਜੀ ਦੇ ਉੱਤੇ ਆਸ ਦੇ ਵਿੱਚ ਵਿਘਨਕਾਰੀ ਨੇ। ਚਾਹੇ ਉਹ ਭਲਿਆਂ ਪੁਰਸ਼ਾਂ ਦੀਆਂ ਯਾਦਾਂ ਆਉਂਦੀਆਂ ਹੁਣ ਸਾਨੂੰ, ਉਹ ਵਿਘਨਕਾਰੀ ਨੇ। ਇੱਕ ਉੱਤੋਂ ਸਾਡੀ ਆਸ ਉਹ ਜਿਹੜੀ ਹੈ ਨਾ ਟੁੱਟ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਫਿਰ ਸਾਨੂੰ ਕਿਸੇ ਬੰਦੇ ਦੀ ਆਸ, ਸਾਡਾ ਮਨ ਸੋਚਣ ਲੱਗ ਜਾਂਦਾ ਕਿ ਸ਼ਾਇਦ ਆਹ ਚੀਜ਼ ਮੈਨੂੰ ਉਹਦੇ ਕੋਲੋਂ ਮਿਲ ਜਾਏਗੀ। ਇਸੇ ਸੁਖਮਨੀ ਸਾਹਿਬ 'ਚ ਆਪਾਂ ਪਿੱਛੇ ਪੜ੍ਹਿਆ ਸੀ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀ ਹੈ ਜਮ ਕੀ ਫਾਸਾ। ਉਹਦੀ ਜਮਾਂ ਵਾਲੀ ਫਾਹੀ ਵੀ ਕੱਟੀ ਜਾਂਦੀ ਹੈ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗੈ ਦੁਖ। ਵਾਹਿਗੁਰੂ ਜੀ ਦੀ ਮਨ ਵਿੱਚ ਜਿਸ ਨੂੰ ਭੁੱਖ ਲੱਗ ਜਾਂਦੀ ਏ, ਸਤਿਗੁਰੂ ਆਖਦੇ ਨੇ ਉਹਨੂੰ ਫਿਰ ਕੋਈ ਦੁੱਖ ਨਹੀਂ ਲੱਗਦੇ। ਲਾਗੈ ਦੁਖ ਬਹੁਵਚਨ, ਦੁੱਖ ਨਹੀਂ ਲੱਗਦੇ, ਨਾ ਮਾਨਸਿਕ, ਨਾ ਸਰੀਰਕ ਤੇ ਨਾ ਕੁਦਰਤੀ। ਪਰ ਇਹ ਭੁੱਖ ਨਹੀਂ ਪੈਦਾ ਹੋ ਰਹੀ ਜੀ ਸਾਡੇ ਮਨ ਵਿੱਚ ਨਾ, ਹੋਰ ਭੁੱਖਾਂ ਨੇ। ਰੱਬ ਵਾਲੀ ਭੁੱਖ ਜਿਹੜੀ ਉਹ ਮਾੜੀ ਤਾਂ ਲੱਗਦੀ ਹੈ ਕਦੀ ਕਦੀ, ਵੀ ਜੀ ਕਰਦਾ ਹੈ ਵੀ ਸਾਨੂੰ ਵੀ ਵਾਹਿਗੁਰੂ ਜੀ ਦੇ ਦਰਸ਼ਨ ਹੋਣ, ਅਸੀਂ ਵੀ ਉਹਦੇ ਨਾਲ ਜੁੜ ਕੇ ਉਹਦੇ ਚਰਨਾਂ ਦਾ ਆਨੰਦ ਮਾਣ ਸਕੀਏ। ਜਿਵੇਂ ਕਬੀਰ ਸਾਹਿਬ ਨੇ ਆਖਿਆ ਸੀ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਵੀ ਉਹਦਾ ਤੇ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਤੇ ਉਹੋ ਜਿਹੇ ਬਚਨ ਮਹਾਂਪੁਰਸ਼ਾਂ ਤੋਂ ਸੁਣ ਕੇ ਮਾੜੀ ਜੀ ਭੁੱਖ ਤੇ ਜਾਗਦੀ ਹੈ ਵੀ ਚਲੋ ਅਸੀਂ ਵੀ ਵੇਖੀ ਉਹਦੇ ਚਰਨਾਂ 'ਚ ਕਿੰਨੀ ਕੁ ਮੌਜ ਏ। ਪਰ ਫਿਰ ਉਹ ਭੁੱਖ ਲੈ ਜਾਂਦੀ ਏ, ਫਿਰ ਦੁਨਿਆਵੀ ਭੁੱਖਾਂ ਆਣ ਚੰਬੜਦੀਆਂ ਨੇ। ਸੋ ਜਿਹਦੇ ਮਨ ਵਿੱਚ ਵਾਹਿਗੁਰੂ ਜੀ ਨੂੰ ਮਿਲਣ ਦੀ, ਉਹਦੇ ਦਰਸ਼ਨਾਂ ਦੀ, ਉਹਨੂੰ ਜਾਣਨ ਦੀ, ਉਹਦੇ ਨਾਲ ਸਾਂਝ ਬਣਾਉਣ ਦੀ ਭੁੱਖ ਲੱਗ ਜਾਂਦੀ ਏ, ਤੇ ਗੁਰੂ ਜੀ ਆਖਦੇ ਨੇ ਉਸ ਬੰਦੇ ਨੂੰ ਫਿਰ ਕੋਈ ਹੋਰ ਦੁੱਖ ਨਹੀਂ ਲੱਗਦੇ। ਤੇ ਇਸ ਬੰਦ ਨੰਬਰ 4 ਜਿਹੜਾ ਹੈ, ਉਹਦੇ ਵਿੱਚ ਗੁਰੂ ਜੀ ਨੇ ਆਖਿਆ ਸਾਨੂੰ, ਗੁਰ ਪ੍ਰਸਾਦ ਆਪਨ ਆਪ ਸੂਝੈ। ਜਿਹੜਾ ਬੰਦੇ ਨੂੰ ਆਪਣੇ ਆਪੇ ਦੀ ਸੋਝੀ ਆ ਜਾਂਦੀ ਏ, ਉਹਦੀ ਦੁਨਿਆਵੀ ਤ੍ਰਿਸ਼ਨਾ ਬੁੱਝ ਜਾਂਦੀ ਏ। ਜਿਹੜਾ ਵਾਹਿਗੁਰੂ ਜੀ ਦਾ ਜਸ ਕਹਿੰਦਾ ਹੈ, ਉਹ ਸਾਰਿਆਂ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ। ਜਿਹੜੇ ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ। ਮੈਨੂੰ ਲੱਗਦਾ ਇਹ ਪੰਕਤੀਆਂ ਨਾ ਪਿੱਛੇ ਰਹਿ ਗਈਆਂ ਨੇ, ਸੋ ਚਲੋ ਆਪਾਂ ਥੋੜ੍ਹਾ ਜਿਹਾ ਇਹਨੂੰ ਸਮਝ ਲੈਂਦੇ ਹਾਂ। ਅਨਦਿਨ ਕੀਰਤਨ ਕੇਵਲ ਬਖਿਆਨ। ਬਖਿਆਨ ਦਾ ਮਤਲਬ ਵਖਿਆਨ ਕਰਨਾ, ਕੀਰਤਨ ਦਾ ਮਤਲਬ ਹੈ ਵਾਹਿਗੁਰੂ ਜੀ ਦੀ ਕੀਰਤੀ ਕਰਨਾ। ਇਹਨਾਂ ਜੀ ਉਹ ਮੈਨੂੰ ਲੱਗਦਾ ਮੇਰੇ ਤੋਂ ਸਲਾਈਡਸ ਬਣਾਉਂਦੇ ਆ, ਇਹ 2 ਪੰਕਤੀਆਂ ਰਹਿ ਗਈਆਂ ਪਿੱਛੇ। ਸੋ ਵਾਹਿਗੁਰੂ ਜੀ ਦੀ ਕੀਰਤੀ ਕੀ ਹੈ? ਸਿਫਤ ਸਲਾਹ। ਜਿਹੜੇ ਕੇਵਲ ਰਾਤ ਦਿਨੇ ਉਸ ਦੀ ਸਿਫਤ ਸਲਾਹ ਵਿੱਚ ਜੁੜੇ ਰਹਿੰਦੇ ਨੇ, ਗ੍ਰਹਿਸਤ ਮੈਂ ਸੋਈ ਨਿਰਬਾਨ। ਇਸ ਘਰ ਬਾਰੀ ਜ਼ਿੰਦਗੀ ਵਿੱਚ ਰਹਿੰਦਿਆਂ ਹੋਇਆਂ, ਜਿਉਂਦਿਆਂ ਹੋਇਆਂ। ਨਿਰਬਾਨ ਦਾ ਮਤਲਬ ਹੁੰਦਾ ਹੈ ਜੀ, ਜਿਵੇਂ ਬੁੱਧ ਮੱਤ ਵਿੱਚ ਨਿਰਵਾਣ ਸਭ ਤੋਂ ਉੱਚੀ ਅਵਸਥਾ ਮੰਨਦੇ ਨੇ ਉਹ, ਨਿਰਵਾਣ ਨੂੰ ਪ੍ਰਾਪਤ ਹੋਣਾ।
ਤੇ ਗੁਰੂ ਜੀ ਆਖਦੇ ਨੇ ਤੁਸੀਂ ਗ੍ਰਸਤ ਵਿੱਚ ਰਹਿੰਦੇ ਹੋਏ ਨਿਰਵਾਣ ਹੋ ਸਕਦੇ ਹੋ। ਨਿਰਵਾਣ ਦਾ ਮਤਲਬ ਹੈ ਮਾਇਆ ਦੀ ਜਿਹੜੀ ਵਾਸਨਾ ਹੈ ਸਾਡੀ, ਉਸ ਤੋਂ ਆਜ਼ਾਦ ਹੋ ਜਾਣਾ, ਉਸ ਦੀ ਪਕੜ ਤੋਂ ਮੁਕਤ ਹੋ ਜਾਣਾ। ਸੋ ਅਸੀਂ ਕਈ ਵਾਰੀ ਕਹਿੰਦੇ ਹੁੰਦੇ ਹਾਂ ਜੀ ਕਿ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਨੇ ਸਾਨੂੰ ਆਖਿਆ ਹੈ ਕਿ ਤੁਸੀਂ ਗ੍ਰਸਤ ਵਿੱਚ ਜ਼ਰੂਰ ਰਹਿਣਾ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਗੱਲਾਂ ਬਣਾ ਲਈਆਂ ਨੇ। ਇਸ ਤਰ੍ਹਾਂ ਦਾ ਕੁਝ ਵੀ ਨਹੀਂ। ਗੁਰੂ ਸਾਹਿਬ ਆਖਦੇ ਨੇ ਸਾਨੂੰ ਕਿ ਸੋ ਗਿਰਹੀ ਸੋ ਦਾਸ ਉਦਾਸੀ, ਜਿਨ ਗੁਰਮੁਖ ਆਪ ਪਛਾਣਿਆ। ਆਪਣੇ ਆਪੇ ਨੂੰ ਪਹਿਚਾਨਣਾ ਹੈ, ਤੇ ਜਿਹੜਾ ਆਪਣੇ ਆਪੇ ਨੂੰ ਪਹਿਚਾਨ ਲੈਂਦਾ ਹੈ, ਚਾਹੇ ਉਹ ਗ੍ਰਸਤ ਵਿੱਚ ਹੈ ਤੇ ਚਾਹੇ ਉਹ ਗ੍ਰਸਤ ਤੋਂ ਬਾਹਰ ਹੈ, ਉਪਰਾਮ ਹੈ, ਗ੍ਰਸਤ ਉਹਨੇ ਨਹੀਂ ਧਾਰਨ ਕੀਤਾ। ਸੋ ਗਿਰਹੀ ਸੋ ਦਾਸ ਉਦਾਸੀ, ਜਿਨ ਗੁਰਮੁਖ ਆਪ ਪਛਾਣਿਆ। ਨਾਨਕ ਕਹੈ ਅਵਰ ਨਹੀਂ ਦੂਜਾ। ਹੋਰ ਕੀ ਆਖਣ ਗੁਰੂ ਜੀ। ਸਾਚ ਸ਼ਬਦ ਮਨ ਮਾਨਿਆ, ਜਿਹਦਾ ਸੱਚੇ ਸ਼ਬਦ ਵਿੱਚ ਮਨ ਮੰਨ ਗਿਆ, ਸਹੀ ਅਰਥਾਂ ਵਿੱਚ ਉਹੋ ਹੀ ਗ੍ਰਸਤੀ ਏ ਤੇ ਉਹੋ ਹੀ ਉਦਾਸੀ ਏ। ਤੇ ਜਿਹਦਾ ਸੱਚੇ ਸ਼ਬਦ ਵਿੱਚ ਮਨ ਨਹੀਂ ਮੰਨਿਆ, ਨਾ ਉਹ ਚੰਗਾ ਗ੍ਰਸਤੀ ਏ ਤੇ ਨਾ ਉਹ ਚੰਗਾ ਉਦਾਸੀ ਏ। ਸੋ ਆਹ ਗੱਲ ਏ। ਸੋ ਜਿਹਦੇ ਮਨ ਵਿੱਚ ਇੱਕ ਪ੍ਰਭੂ ਦੀ ਆਸ ਹੁੰਦੀ ਏ, ਉਹਦੀ ਜੰਮਾਂ ਵਾਲੀ ਫਾਹੀ ਕੱਟੀ ਜਾਂਦੀ ਏ। ਜਿਸ ਨੂੰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਭੁੱਖ ਲੱਗ ਜਾਂਦੀ ਏ ਮਨ ਵਿੱਚ, ਉਹਨਾਂ ਨੂੰ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ, ਯਾਨੀ ਕੋਈ ਦੁੱਖ ਨਹੀਂ ਲੱਗਦਾ। ਸੋ ਇਹ ਬੰਦ ਨੰਬਰ 4 ਵਿੱਚ ਸਾਨੂੰ ਸਤਿਗੁਰੂ ਜੀ ਨੇ ਇਹ ਬਚਨ ਸਮਝਾ ਦਿੱਤੇ ਨੇ। ਸੋ ਆਪ ਸਾਰੀ ਸੰਗਤ ਦਾ ਜੀ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਸੁਖਮਨੀ ਸਾਹਿਬ ਜੀ ਦੇ ਬੰਦ ਨੰਬਰ 3 ਅਤੇ 4 ਇਸ ਦੀ ਵਿਚਾਰ ਨੂੰ ਸਰਵਣ ਕੀਤਾ ਹੈ। ਮੇਰੇ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਜਿਹੜੀਆਂ ਹੋਈਆਂ ਨੇ, ਉਹਨਾਂ ਲਈ ਮੈਂ ਗੁਰੂ ਜੀ ਪਾਸੋਂ ਅਤੇ ਆਪ ਸਾਰੀ ਸੰਗਤ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਸੋ ਆਸ ਰੱਖਦਾ ਤੁਸੀਂ ਮੈਨੂੰ ਮੁਆਫ ਕਰੋਗੇ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।